तेरी शरण मेरे दीन दयाल, सुख सागर मेरे गुर गोपाला। कर कृपा नानक गुण गावे, राखो सरम असाड़ी जियो। सतनाम धन वाहिगुरु साहिब जी। आसा मेरी बहुरिया को धनिया नाऊ, ले राख्यो राम जनिया नाऊ। इन मुंडियन मेरा घर धुंधरावा, विट वह राम रमुआ लावा। रहाऊ कहत कबीर सुनो मेरी माई, इन मुंडियन मेरी जात गवाई। कहत कबीर सुनो मेरी माई, इन मुंडियन मेरी जात गवाई। वाहिगुरु जी का खालसा, वाहिगुरु जी की फतेह। परम सन्मानयोग जुगों जुग अटल शब्द गुरु बाणी के बोहित खंडा ब्रह्मंडा दे मालक सतगुरु धन धन श्री गुरु ग्रंथ साहब महाराज जी की पावन पाक हजूरी विच सुभाईमान होए बैठे सत्संगी जनों, सतगुरां ने कृपा की कि सानू कीमती खजाना बाणी के रूप दे विच बख्शिश कीता है। जदों आपां संसार दे विच वख-वख फील्डां दी गल करदे हां, उत्थे जिहड़े तजर्बे ने भगतां दे रूहानी जीवन दे, उन्हां नूं संभाल के साडे तक पहुँचाना, इस करके सानू सारिਆਂ नूं गुरु साहब का धन्नवादी होना चाहिए, क्योंकि उन्होंने जीवन के ये तजर्बे ने जिमें दुनियावी तौर तो असी देखते हाँ कि संसार का कोई भी तजर्बा किसी नूं हुंदा है, असी उन्हों बड़ा सत्कारते हाँ। किसी नूं कारोबार का तरीका आउंदा है, इनू राजनीति करन दा तरीका आउंदा है, किसी नूं होर परिवारिक माहौल नूं सिरजन दा तरीका आउंदा है। असी समा सिर यतन करते हैं कि उन्हां दे जिहड़े तजर्बे ने वो समाज के सामने रखे जाण। पर एक गल याद रखना, वो तजर्बे हो सकते ने कि मनुख नूं गलत पासे भी लै जाण, पर जो तरीका, जो सलीका, जो तजर्बे भगतां ने अपनी जीवन जिंदगी विच साडे जीवन नूं घड़न वास्ते कीते हैं, या जो उन्हां दा अपना तजर्बा रहा जीवन नूं घड़न वास्ते, वो वाह कमाल है। अजोका जिहड़ा युग है
ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਚੰਗੀਆਂ ਚੀਜ਼ਾਂ ਕਈ ਵਾਰੀ ਤਾਂ ਕਰਕੇ ਛੱਡ ਦਿੱਤੀਆਂ ਜਾਂਦੀਆਂ, ਲੋਕ ਕਹਿੰਦੇ ਸਾਨੂੰ ਸਮਝ ਨਹੀਂ ਆ ਰਹੀ। ਖਾਸ ਕਰਕੇ ਜਦੋਂ ਗੁਰਬਾਣੀ ਦੀ ਗੱਲ ਕਰੀਏ, ਗੁਰਮਤਿ ਵਿਚਾਰਧਾਰਾ ਦੀ ਗੱਲ ਕਰੀਏ, ਅਤੇ ਜਦੋਂ ਸਮਾਜ ਵਿੱਚ ਜਾ ਕੇ ਗੱਲ ਕਰਦੇ ਹਾਂ, ਉਹ ਕਹਿੰਦੇ ਵੀ ਤਾਂ ਅਸੀਂ ਇਸ ਤੋਂ ਦੂਰ ਚਲੇ ਗਏ, ਸਾਨੂੰ ਗੱਲ ਸਮਝ ਨਹੀਂ ਆ ਰਹੀ। ਇਹ ਵਿਚਾਰ ਸਾਡੇ ਸਿਰ ਤੋਂ ਉੱਪਰੋਂ ਟੱਪ ਜਾਂਦੀ ਹੈ, ਸਾਨੂੰ ਸਮਝ ਨਹੀਂ ਆਉਂਦੀ। ਅਸਲ ਵਿੱਚ ਹਰ ਇੱਕ ਸਮਾਂ ਦੀ ਗੱਲ ਹੁੰਦੀ ਹੈ। ਇੱਕ ਬੱਚਾ ਜਦੋਂ ਪਹਿਲੇ ਦਿਨ ਸਕੂਲ ਜਾਂਦਾ, ਉੱਥੇ ਦੀ ਜਿਹੜੀਆਂ ਗੱਲਾਂ ਨੇ, ਜਿਹੜੀ ਪੜ੍ਹਾਈ ਹੈ, ਉਹਦੇ ਸਿਰ ਤੋਂ ਉੱਪਰੋਂ ਟੱਪ ਰਹੀ ਹੁੰਦੀ, ਉਹਨੂੰ ਕੁਝ ਸਮਝ ਨਹੀਂ ਆ ਰਹੀ ਹੁੰਦੀ। ਪਰ ਜਦੋਂ ਉਸ ਫੀਲਡ ਦੇ ਵਿੱਚ ਬੱਚਾ ਜਾਂਦਾ, ਦੁਨਿਆਵੀ ਪੜ੍ਹਾਈ ਪੜ੍ਹਦਾ ਹੈ, ਇੱਕ ਦਿਨ ਉਹ ਪੜ੍ਹਾਈ ਜਿਹੜੀ ਹੈ, ਉਹ ਵਿੱਦਿਆ ਜਿਹੜੀ ਹੈ, ਉਹਦੀ ਮੁੱਠੀ ਵਿੱਚ ਆ ਜਾਂਦੀ, ਉਹਦੇ ਤਜਰਬੇ ਵਿੱਚ ਆ ਜਾਂਦੀ ਹੈ, ਉਸ ਦੇ ਉੱਤੇ ਉਹ ਪਕੜ ਕਰਦਾ ਹੈ ਔਰ ਉਸ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਸੰਸਾਰੀ ਤੌਰ ਤੋਂ ਉਹਦੇ ਵਿੱਚੋਂ ਲਾਹਾ ਖੱਟਦਾ। ਅਤੇ ਮੈਂ ਬੇਨਤੀ ਕਰਦਾ ਹੁੰਦਾ, ਇੱਕ ਵਾਰੀ ਦੋ ਵਾਰੀ ਪੜ੍ਹ ਕੇ ਕੋਈ ਚੀਜ਼ ਸਮਝ ਨਹੀਂ ਆਉਂਦੀ। ਕਿਸੇ ਵੀ ਚੀਜ਼ ਨੂੰ ਸਮਝਣਾ ਹੈ, ਉਸ ਨੂੰ ਬਾਰ-ਬਾਰ ਪੜ੍ਹਨਾ ਪੈਂਦਾ ਹੈ, ਬਾਰ-ਬਾਰ ਉਸ ਦਾ ਅਧਿਐਨ ਕਰਨਾ ਪੈਂਦਾ ਹੈ, ਅਭਿਆਸ ਕਰਨਾ ਪੈਂਦਾ ਹੈ, ਤਾਂ ਗੱਲ ਪਕੜ ਵਿੱਚ ਆਉਂਦੀ ਹੈ। ਇਸ ਕਰਕੇ ਵੀ ਸਾਡੇ ਪਕੜ ਨਹੀਂ ਆਉਂਦੀ, ਕਿਉਂਕਿ ਅਸੀਂ ਬਹੁਤਾ ਸਮਾਂ ਦੁਨਿਆਵੀ ਮਨੁੱਖਾਂ ਦੇ ਕੋਲ ਬਤੀਤ ਕਰਦੇ ਹਾਂ। ਜਾਂ ਮੈਂ ਕਹਿ ਲਵਾਂ ਕਿ ਸਾਡਾ ਜਿਹੜਾ ਮਨ ਦਾ ਪੱਧਰ ਹੈ, ਉਹ ਦੁਨਿਆਵੀ ਹੋਣ ਕਰਕੇ ਰੂਹਾਨੀ ਜੀਵਨ ਜਿਨ੍ਹਾਂ ਨੇ ਮਾਣਿਆ, ਜਿਨ੍ਹਾਂ ਨੇ ਆਪਣੇ ਤਜਰਬੇ ਆਪਣੇ ਬੋਲਾਂ ਰਾਹੀਂ, ਬਾਣੀ ਰਾਹੀਂ ਮਨੁੱਖਤਾ ਦੇ ਸਾਹਮਣੇ ਰੱਖੇ, ਸਾਡਾ ਅਤੇ ਉਸ ਵਿਚਾਰਧਾਰਾ ਦਾ ਮੇਲ ਮਿਲਾਪ ਨਹੀਂ ਹੁੰਦਾ। ਉਸ ਨੂੰ ਸਮਝਣ ਵਾਸਤੇ ਸਾਨੂੰ ਕੁਛ ਫਿਰ ਉਚੇਜ ਕਰਨਾ ਪਏਗਾ। ਅੱਜ ਆਪਾਂ ਜਿਹੜਾ ਸ਼ਬਦ ਪੜ੍ਹਿਆ, ਇਸ ਦੀ ਵਿਚਾਰ ਕਰਾਂਗੇ। ਇਸ ਸ਼ਬਦ ਦੇ ਬਾਬਤ ਬਹੁਤ ਸਾਰੀਆਂ ਮਨ ਘੜਤ ਕਹਾਣੀਆਂ ਵੀ ਜਿਹੜੀਆਂ ਨੇ, ਕਿਉਂਕਿ ਭਗਤ ਕਬੀਰ ਸਾਹਿਬ ਜੀ ਦੇ ਕੋਲ ਖਾਸ ਕਰਕੇ ਸਾਧੂ ਸੰਤ ਕਬੀਰ ਸਾਹਿਬ ਜੀ ਨੂੰ ਮਿਲਣ ਵਾਸਤੇ ਆਉਂਦੇ ਹੈ। ਜਿਵੇਂ ਜਿਵੇਂ ਉਹਨਾਂ ਦੀ ਪ੍ਰਸਿੱਧੀ ਹੁੰਦੀ ਹੈ, ਉਹਨਾਂ ਦੇ ਜੀਵਨ ਪੱਧਰ ਦੀ ਉਚੇਚਤਾ ਦਾ ਪਤਾ ਲੱਗਦਾ ਲੋਕਾਂ ਨੂੰ ਵੀ ਬਹੁਤ ਸੋਹਣਾ ਜੀਵਨ ਕਬੀਰ ਜੀ ਨੇ ਆਪਣਾ ਬਣਾ ਲਿਆ ਹੈ। ਬੜਾ ਰੂਹਾਨੀ ਜੀਵਨ, ਸੰਸਾਰ ਦੇ ਇਸ ਜਕੜ ਪਕੜ ਤੋਂ ਉੱਪਰ ਜਾ ਕੇ ਇੱਕ ਆਨੰਦਮਈ ਜ਼ਿੰਦਗੀ ਜੀਂਦੇ ਹਨ, ਅਤੇ ਬਹੁਤ ਸਾਰੇ ਲੋਕ ਉਹਨਾਂ ਕੋਲ ਆਉਂਦੇ ਨੇ ਵੀ ਇਹ ਆਨੰਦ ਸਾਨੂੰ ਕਿਵੇਂ ਪ੍ਰਾਪਤ ਹੋਵੇ, ਅਤੇ ਆਪੋ ਆਪਣੇ ਵਿਚਾਰ ਵੀ ਉਹਨਾਂ ਨਾਲ ਸਾਂਝੇ ਕਰਦੇ ਹਨ। ਇਸ ਕਰਕੇ ਇਹ ਕਹਾਣੀਆਂ ਬਣ ਜਾਣੀਆਂ ਔਰ ਕੋਈ ਸਾਖੀ ਕਰ ਲੈਣੀ, ਕਿਉਂਕਿ ਕਹਾਣੀ ਬਣਾਉਣੀ, ਸਾਖੀ ਬਣਾਉਣੀ, ਇਹ ਥੱਲੇ ਦਾ ਪੱਧਰ ਹੈ। ਪਰ ਜਿਹੜੀ ਗੁਰਬਾਣੀ ਹੈ, ਗੁਰਮਤਿ ਵਿਚਾਰਧਾਰਾ, ਇਹ ਬਹੁਤ ਉੱਪਰ ਦਾ ਪੱਧਰ ਹੈ। ਔਰ ਵੈਸੇ ਵੀ ਯਾਦ ਰੱਖਣਾ, ਜਿਹੜੀ ਕਹਾਣੀ, ਜਿਹੜੀ ਸਾਖੀ ਗੁਰਮਤਿ ਦੀ ਕਸੌਟੀ ਦੇ ਉੱਤੇ ਪੂਰੀ ਨਹੀਂ ਉਤਰੀ, ਉਹ ਪ੍ਰਵਾਨਿਤ ਵੀ ਨਹੀਂ ਹੈ। ਪ੍ਰਮਾਣਿਤ ਨਹੀਂ ਹੈ, ਉਹਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਭਾਵੇਂ ਸਾਖੀ ਨੂੰ ਜਿੰਨੇ ਮਰਜ਼ੀ ਰਸ ਲੈ ਕੇ ਸੁਣਾਇਆ ਜਾਏ, ਭਾਵੇਂ ਲੋਕਾਂ ਦੇ ਉੱਤੇ ਜਿੰਨਾ ਮਰਜ਼ੀ ਪ੍ਰਭਾਵ ਪਾਇਆ ਜਾਏ, ਪਰ ਸੱਚ ਇਹ ਹੈ ਕਿ ਗੁਰਮਤਿ ਨੇ ਐਸੀਆਂ ਸਾਖੀਆਂ ਨੂੰ ਪ੍ਰਵਾਨ ਨਹੀਂ ਕੀਤਾ। ਇੱਥੇ ਵੀ ਸਾਖੀ ਇਹ ਬਣੀ ਕਿ ਸਾਧੂ ਸੰਤ ਆਉਂਦੇ ਨੇ ਭਗਤ ਕਬੀਰ ਸਾਹਿਬ ਜੀ ਦੇ ਘਰ, ਤਾਂ ਉਹ ਕਬੀਰ ਸਾਹਿਬ ਜੀ ਦੀ ਜਿਹੜੀ ਵਹੁਟੀ ਹੈ, ਉਹਦਾ ਨਾਮ ਕਹਿੰਦੇ ਧਨੀਆ ਹੈ, ਪਰ ਉਸ ਨੂੰ ਰਾਮ ਜਨੀਆ ਕਹਿਣ ਲੱਗ ਪਏ ਹਨ। ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਸਰੋਤ ਨੇ, ਜੋ ਸਾਡੇ ਕੋਲ ਇਤਿਹਾਸ ਦੇ ਸਰੋਤ ਨੇ, ਉਹਨਾਂ ਨੇ ਕਿਤੇ ਵੀ ਜੋ ਸਹੀ ਸਰੋਤ ਮੰਨੇ ਗਏ ਨੇ, ਨਾ ਕਿਤੇ ਧਨੀਆ ਨਾਂ ਕਬੀਰ ਸਾਹਿਬ ਦੀ ਪਤਨੀ ਦਾ ਦੱਸਿਆ, ਨਾ ਕਿਤੇ ਰਾਮ ਜਨੀਆ ਨਾਂ ਦੱਸਿਆ। ਜਿੱਥੇ ਵੀ ਇਤਿਹਾਸਕਾਰਾਂ ਨੇ ਸਾਡੇ ਜਿਹੜੇ ਸਰੋਤ ਨੇ, ਜਿਹੜੇ ਸਰੋਤ ਪ੍ਰਵਾਨਿਤ ਹੈਗੇ ਨੇ, ਉਹਨਾਂ ਵਿੱਚ ਲੋਈ ਨਾਮ ਆਇਆ ਉਹਨਾਂ ਦੀ ਪਤਨੀ ਦਾ, ਹਰ ਇੱਕ ਸਰੋਤ ਦੇ ਅੰਦਰ। ਹੁਣ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਧਨੀਆ ਨਾਂ ਅਤੇ ਰਾਮ ਜਨੀਆ ਨਾਂ, ਜਿਸ ਤਰ੍ਹਾਂ ਕਹਿ ਲਈਏ, ਜੇ ਉਹਨਾਂ ਦੀ ਪਤਨੀ ਦਾ ਨਾਮ ਧਨੀਆ ਹੈ, ਸਮਾਜ ਦੀ ਉੱਪਰਲੀ ਦ੍ਰਿਸ਼ਟੀ 'ਤੇ ਦੇਖੀਏ, ਅਤੇ ਰਾਮ ਜਨੀਆ ਦਾ ਉਹਨਾਂ ਦੀ ਮਾਂ ਨੂੰ ਕੀ ਐਤਰਾਜ਼ ਹੈ,
जे साधु संत आउंदे ने उन्होंने राम जनिया कहते हैं। असल विच समाज दे अंदर कुछ लफज ऐसे होंदे ने, कदी तो वो सत्कारयोग होंदे ने, समा आण ते वो लफज जिहड़े ने वो सत्कारयोग नहीं रहिंदे। ये गल बड़ी समझण वाली है। कदी समा सी कि जलूस जिहड़ा सी एक बड़ा सत्कारयोग लफज हुंदा सी, पर अज जलूस जिहड़ा वो लफज ऐसा हो गया कि सानू उसकी थां ते नगर कीर्तन अखर करना पिया। समा आण ते वो कदी अखर बड़ा प्रसिद्ध सी। पुरातन समय दे विच जिहड़ा एक मनोज चलदी आ रही सी कि कन्यादान, कन्यादान कदी एक सत्कारयोग शब्द सी, क्योंकि जिहड़ी देवदासियां हुईयां वो शुरुआत दे अंदर धर्म सीखण वास्ते लोग अपनियां कन्यावां नूं धार्मिक स्थानां वास्ते दान कर दिंदे सन ते उन्हों कन्यादान कहा जाता सी। अज कन्यादान का रूप भी चेंज हो चुका ते कन्यादान वो उस समा सी कि जदों कन्यादान अखर बड़ा ही भंडिया गया, पर अज देखते हैं सत्कारयोग बन गया कन्यादान। लोग कहते सी कन्यादान करना। इस तरह के बहुत सारे अखर जिहड़े ने, एक समा हुंदा है कि वो जिहड़े अखर ने वो सत्कारयोग होंदे ने, पर कुछ समा लंघण तो बाद कई बार वो सत्कारयोग नहीं रहिंदे। जिमें कि देवदासियां कभी सत्कारयोग सन, पर एक समा आ गया जो बंदरां दे अंदर विचार पैदा हो गया तो देवदासियां कलंकित हो गई। मैं इस करके गल्लां तुहाडे नाल सांझी कर रहा क्योंकि ये पुरातन चीज़ां अज साडे सामने नहीं आ रही। इस करके जरूरी है इन्हां गल्लां नूं पहलां समझना, तां सानूं गुरमत दी सही विचार समझ आएगी। इस करके बहुत सारे अखर समा समा सिर चेंज होंदे रहंदे आ। वो अखर एक समा सत्कारयोग होंदे ने, दूजा समा हुंदा कि उन्हां दा सत्कार घट जाता है। इस करके इस शब्द नूं बड़े समझण तो पहलां ये गल है कि ये जिहड़े अखर कबीर साहब जी ने वरते हैं, एक गल तो यह है कि इहदे विच जिहड़ी बहुरिया अखर आया है, बहुरिया अखर नूं वास्ते नहीं है। जे किते लिखारियां ने ये लिख भी दिता कि भगत कबीर साहब जी की माता जी नूं ये एतराज़ है कि जिहड़े साधु संत तेरे कोल आउंदे ने ते मेरी नूह राणी नूं कहंदे ने धनिया की थां ते राम जनिया कहंदे ने, ये मैनूं चंगा नहीं लगता। पर बहुरिया अखर तो गुरबाणी दे विच बार बार पत्नी वास्ते आया है, किते भी नूह वास्ते नहीं आया। बहुरिया अखर जिहड़ा गुरबाणी विच आया ना, तू मेरा पिर मैं हर की बहुरिया, गुरु साहब जी ने भी बाणी च विचार की सोही राग दे विच, क्योंकि सोही राग जिहड़ा है वो जोगियां दा राग है। और सोही राग दे विच तुसीं देखो लावां ने, सोही राग दे विच सुहागण दी सब तो वध विचार मिलती है। एक रामकली राग, एक सोही राग, इन्हां दोनों रागां नूं किते तसल्ली नाल पढ़ना। इन्हां दोवें ही रागां दे अंदर बहुतात दे विच सुहागण ते दुहागण दा जिक्र हर एक शब्द विच तकरीबन किया गया। सो ये जिहड़ियां विचारां सन, एक गल तां ये विचारन वाली है भी कोई भी गल जिहड़ी है वो बाणी भगत तो भगत कबीर साहब जी की माता जी उन्हां दे बोल जिहड़े ने वो भगत साहब जी ने दर्ज अपनी बाणी च नहीं कीते, क्योंकि बाणी कबीर साहब जी की उन्हां दी माता की उच्चारण की हुई नहीं है। उन्हां दी माता की उच्चारण की हुई नहीं बाणी, बाणी आप कबीर साहब जी की उच्चारण की हुई है। तो वो इस शब्द के राहीं जिहड़ियां गल्लां सानूं समझाना चाहते हैं, जिहड़ी बिरती की गल इत्थे कर रहे हैं, आओ उन्होंने समझिए। एक बारी मैं बेनती करांगा एकाग्रता बन सके, शब्द की विचार आपां समझ सकीए। गुर मंत्र की सान करो प्यार नाल, आखो जी सतनाम श्री वाहे गुरु हिर करो कृपा सतनाम श्री वाहे गुरु। भगत कबीर साहब जी आख रहे ने, कहते इन मुंडियां मेरा घर धुंध रावा। मुंडियां कहते ने साधुआं नूं। भगत कबीर साहब जी आखन लगे, कहते इन्हां साधुआं ने संतां ने मेरा जिहड़ा घर है, पहला वाला जिहड़ा घर सी वो मिटा दिता है, पाओ कि धुंधला कर दिता है।
ਉਹ ਹੁਣ ਪਹਿਲੇ ਵਾਲਾ ਘਰ ਮੈਨੂੰ ਦਿਖਾਈ ਨਹੀਂ ਦਿੰਦਾ। ਧੁੰਦਰਾਵਾ ਦਾ ਅਰਥ ਹੈ ਜਿਹੜਾ ਘਰ ਪਹਿਲਾਂ ਬਣਿਆ ਹੋਇਆ ਸੀ, ਜਿਹੜੀ ਵਿਚਾਰ ਮੇਰੇ ਹਿਰਦੇ ਦੀ ਪਹਿਲਾਂ ਬਣੀ ਹੋਈ ਸੀ, ਉਹ ਵਿਚਾਰ ਕਹਿੰਦੇ ਇਹਨਾਂ ਸਾਧੂਆਂ ਸੰਤਾਂ ਗੁਰਮੁਖਾਂ ਦੀ ਸੰਗਤ ਨੇ ਮੇਰੇ ਜੀਵਨ 'ਚੋਂ ਪਾਸੇ ਕਰਦੀ, ਪਾਓ ਕਿ ਉਹ ਵਿਚਾਰ ਹੁਣ ਮੇਰੇ ਜੀਵਨ 'ਚ ਨਹੀਂ ਰਹੀ। ਜਿਹੜੀ ਵਿਚਾਰ ਦਾ ਮੈਂ ਪਹਿਲਾਂ ਧਾਰਨੀ ਸੀ, ਜਿਹੜੀ ਵਿਚਾਰ ਮੇਰੇ ਜੀਵਨ 'ਚ ਚੱਲਦੀ ਸੀ, ਕਿਉਂਕਿ ਜਦੋਂ ਆਪਾਂ ਚੰਗੇ ਲੋਕਾਂ ਦੀ ਸੰਗਤ ਕਰਦੇ ਹਾਂ ਅਤੇ ਉਸ ਵੇਲੇ ਸਾਡੇ ਅੰਦਰ ਦੇ ਜਿਹੜੇ ਖਿਆਲ ਨੇ, ਸਾਡੀਆਂ ਜਿਹੜੀਆਂ ਵਿਚਾਰਾਂ ਨੇ, ਉਹ ਵਿਚਾਰਾਂ ਸਮਾਂ ਸਿਰ ਚੇਂਜ ਹੁੰਦੀਆਂ ਰਹਿੰਦੀਆਂ, ਵਿਚਾਰਾਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ। ਉਹੀ ਮਨੁੱਖ ਹੁੰਦਾ ਕਿ ਕਦੀ ਐਸੀ ਵਿਚਾਰ ਦੇ ਵਿੱਚ ਜ਼ਿੰਦਗੀ ਜੀ ਰਿਹਾ ਹੁੰਦਾ ਜਿਹੜੀ ਵਿਚਾਰ ਉਸਨੂੰ ਵਿਕਾਰਾਂ ਵਾਲੇ ਪਾਸੇ, ਔਗੁਣਾਂ ਵਾਲੇ ਪਾਸੇ ਲੈ ਜਾਂਦੀ। ਉਹੀ ਬੰਦਾ ਜਦੋਂ ਸਤਿਪੁਰਖਾਂ ਦੀ, ਚੰਗੇ ਪੁਰਖਾਂ ਦੀ ਸੰਗਤ ਵਿੱਚ ਆ ਜਾਂਦਾ, ਉਸ ਮਨੁੱਖ ਦੀ ਵਿਚਾਰ ਜਿਹੜੀ ਉਹ ਚੇਂਜ ਹੋ ਜਾਂਦੀ ਹੈ। ਮੈਂ ਇਸ ਕਰਕੇ ਕਈ ਵਾਰੀ ਬੇਨਤੀ ਕਰਦਾ ਵੀ ਸਾਡਾ ਜਿਹੜਾ ਮਨ ਹੈ ਨਾ, ਉਹ ਪਾਣੀ ਦੀ ਤਰ੍ਹਾਂ ਹੈ। ਫਿਰ ਗੱਲ ਨੂੰ ਸਮਝੋ, ਸਾਡਾ ਜੋ ਮਨ ਹੈ ਪਾਣੀ ਦੀ ਤਰ੍ਹਾਂ ਹੈ। ਪਾਣੀ ਨੂੰ ਜਿਹੜਾ ਵੀ ਰੰਗ ਪਾਓ, ਪਾਣੀ ਉਹੀ ਰੰਗ ਕਬੂਲ ਕਰ ਲੈਂਦਾ। ਲਾਲ ਰੰਗ ਪਾਓ, ਪਾਣੀ ਲਾਲ ਹੋ ਜਾਂਦਾ, ਕਾਲਾ ਰੰਗ ਪਾ ਦਿਓ, ਪਾਣੀ ਕਾਲਾ ਹੋ ਜਾਂਦਾ, ਨੀਲਾ ਰੰਗ ਪਾ ਦਿਓ, ਪਾਣੀ ਨੀਲਾ ਹੋ ਜਾਂਦਾ। ਪਾਣੀ ਜਿਹੜਾ ਵੀ ਰੰਗ ਪਾਓਗੇ, ਪਾਣੀ ਨੇ ਉਸ ਰੰਗ ਨੂੰ ਕਬੂਲ ਕਰਨਾ। ਇਸ ਤਰ੍ਹਾਂ ਹੀ ਸਾਡਾ ਮਨ ਹੈ, ਜਿਸ ਤਰ੍ਹਾਂ ਦੀ ਰੰਗਤ, ਜਿਸ ਤਰ੍ਹਾਂ ਦੀ ਸੰਗਤ ਇਸ ਮਨ ਨੂੰ ਦਿੱਤੀ ਜਾਏ, ਇਹ ਮਨ ਉਸ ਨੂੰ ਕਬੂਲ ਕਰ ਲੈਂਦਾ। ਇਸ ਮਨ ਦੇ ਵਿੱਚ ਇੱਕ ਖਿੰਡ ਪਹਿਲਾਂ ਇਹ ਕੁਝ ਹੋਰ ਹੋ ਸਕਦਾ ਹੈ, ਇੱਕ ਖਿੰਡ ਦੇ ਅੰਦਰ ਕੁਝ ਹੋਰ ਹੋ ਸਕਦਾ ਹੈ, ਕਿਉਂਕਿ ਬਦਲਣ ਲੱਗਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ। ਜਿਹਨੂੰ ਤੁਸੀਂ ਰੋਜ਼ ਪੜ੍ਹਦੇ ਹੋ, ਮਹਾਰਾਜ ਕਹਿੰਦੇ ਬਲਿਹਾਰੀ ਗੁਰ ਆਪਨੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਮਾਨਸ ਤੋਂ ਦੇਵਤੇ ਕਰ ਦੇਣਾ, ਮਾਨਸ ਦਾ ਅਰਥ ਹੈ ਮਨ ਦਾ ਸਿਸ ਹੈ, ਜਿਹਨੂੰ ਕਿਹਾ ਗਿਆ ਮਨੁੱਖ। ਮਨੁੱਖ ਦਾ ਅਰਥ ਹੈ ਜੋ ਮਨ ਦਾ ਸਿਸ ਸੀ, ਹੁਣ ਉਹ ਮਨ ਦਾ ਚੇਲਾ ਨਾ ਰਹਿ ਕੇ ਹੁਣ ਉਹ ਦੇਵਤਾ ਬਣ ਗਿਆ, ਪਾਓ ਕਿ ਦੈਵਿਕ ਗੁਣਾਂ ਦਾ ਚੇਲਾ ਬਣ ਗਿਆ। ਦੇਵਤਾ ਕੋਈ ਐਸੇ ਨਹੀਂ ਵੀ ਉਹਦੇ ਖੰਭ ਲੱਗ ਜਾਂਦੇ ਜਾਂ ਉਹ ਆਕਾਸ਼ 'ਚ ਉੱਡਦਾ ਫਿਰਦਾ। ਗੁਰਬਾਣੀ ਵਿੱਚ ਜਦੋਂ ਦੇਵਤੇ ਦੀ ਵਿਆਖਿਆ ਕੀਤੀ ਗਈ, ਦੇਵਤੇ ਬਾਰੇ ਦੱਸਿਆ ਗਿਆ, ਦੇਵਤੇ ਦਾ ਅਰਥ ਹੈ ਜਿਸ ਦੇ ਕੋਲ ਦੈਵਿਕ ਗੁਣ ਆ ਜਾਂਦੇ। ਹੁਣ ਸੱਜਣ ਠੱਗ ਇੱਕ ਖਿੰਡ ਪਹਿਲਾਂ ਕੁਝ ਹੋਰ ਸੀ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਸ਼ਬਦ ਸੁਣਾਇਆ, ਇੱਕ ਖਿੰਡ ਤੋਂ ਬਾਅਦ ਉਹ ਦੇਵਤਾ ਬਣ ਗਿਆ। ਕਲਯੁਗੀ ਪਾਂਡਾ ਇੱਕ ਖਿੰਡ ਪਹਿਲਾਂ ਕੁਝ ਹੋਰ ਸੀ, ਗੁਰੂ ਸਾਹਿਬ ਦਾ ਸ਼ਬਦ ਸੁਣਿਆ, ਜੀਵਨ ਕੁਝ ਹੋਰ ਬਣ ਗਿਆ। ਇੱਕ ਨਹੀਂ ਬੇਅੰਤ ਉਦਾਹਰਨਾਂ ਸਾਡੇ ਸਾਹਮਣੇ ਨੇ ਕਿ ਇਹ ਜਿਹੜਾ ਮਨੁੱਖੀ ਜੀਵਨ ਹੈ, ਇਹ ਚੰਗੀ ਸੰਗਤ ਤੋਂ ਇੱਕ ਖਿੰਡ ਦੇ ਅੰਦਰ ਹੀ ਇਹ ਬਦਲ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਇਨ ਮੁੰਡੀਆਂ ਮੇਰਾ ਘਰ ਧੁੰਦਰਾਵਾ, ਪਾਓ ਕਿ ਜਿਹੜੇ ਸਤਸੰਗੀਆਂ ਨੇ ਮੇਰਾ ਉਹ ਘਰ ਉਜਾੜ ਦਿੱਤਾ, ਜਿਹੜਾ ਘਰ ਮਾਇਆ ਦੇ ਮੋਹ ਨਾਲ ਭਰਿਆ ਹੋਇਆ ਸੀ। ਪਾਓ ਕਿ ਜਿਸ ਵਿੱਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ, ਉਹ ਘਰ ਕਹਿੰਦੇ ਖਤਮ ਕਰ ਦਿੱਤਾ। ਹੁਣ ਮਾਇਆ ਨੂੰ ਮੋਹ ਕਰਨ ਵਾਲੀ ਜਿੰਦ ਉਸ ਘਰ 'ਚ ਨਹੀਂ ਰਹਿੰਦੀ, ਉਹ ਘਰ ਹੀ ਖਤਮ ਕਰ ਦਿੱਤਾ ਜਿਸ ਘਰ ਦੇ ਵਿੱਚ ਪਹਿਲਾਂ ਮੈਂ ਰਹਿੰਦਾ ਸੀ। ਹੁਣ ਦੇਖੋ, ਹਿਰਦਾ ਰੂਪੀ ਘਰ ਹੈ, ਇਸ ਘਰ ਦੇ ਅੰਦਰ ਵਿਕਾਰ ਵੀ ਰਹਿ ਸਕਦੇ ਹੈ, ਇਸ ਮਨ ਦੇ ਅੰਦਰ ਕਰਤਾਰ ਵੀ ਰਹਿ ਸਕਦਾ ਹੈ, ਇਸ ਮਨ ਦੇ ਅੰਦਰ ਔਗੁਣ ਵੀ ਰਹਿ ਸਕਦੇ ਨੇ, ਗੁਣ ਵੀ ਰਹਿ ਸਕਦਾ ਹੈ, ਇਸ ਮਨ ਦੇ ਅੰਦਰ ਚੋਰ ਵੀ ਰਹਿ ਸਕਦਾ, ਇਸ ਮਨ ਦੇ ਅੰਦਰ ਸਾਧ ਵੀ ਰਹਿ ਸਕਦਾ ਹੈ। ਇਸ ਹਿਰਦੇ ਵਿੱਚ ਦੋਨੋਂ ਚੀਜ਼ਾਂ ਰਹਿ ਸਕਦੀਆਂ। ਮੈਂ ਕਈ ਵਾਰੀ ਬੇਨਤੀ ਕਰਦਾ, ਚੋਰ ਅਤੇ ਸਾਧ ਵਾਸਤੇ ਕੋਈ ਬਹੁਤਾ ਫਰਕ ਨਹੀਂ ਹੈ। ਚੋਰ ਨੂੰ ਚੋਰੀ ਕਰਨ ਵਾਸਤੇ ਵੀ ਉਤਨਾ ਇਕਾਗਰ ਹੋਣਾ ਪੈਂਦਾ ਹੈ, ਉਦਮੀ ਹੋਣਾ ਪੈਂਦਾ ਹੈ। ਇੱਕ ਭਗਤ ਨੂੰ ਭਗਤ ਬਣਨ ਵਾਸਤੇ ਵੀ ਉਤਨਾ ਉਦਮੀ ਹੋਣਾ ਪੈਂਦਾ ਹੈ। ਦੋਨਾਂ ਦੇ ਮਾਰਗ ਕੋਈ ਆਸਾਨ ਨਹੀਂ ਹਨ, ਪਰ ਯਾਦ ਰੱਖਣਾ, ਚੋਰ ਨੂੰ ਲੋਕ ਚੋਰ ਕਹਿੰਦੇ ਨੇ, ਭਗਤੀ ਕਰਨ ਵਾਲੇ ਨੂੰ ਲੋਕ ਭਗਤ ਕਹਿੰਦੇ, ਉਹਨੂੰ ਸਤਿਕਾਰਦੇ ਨੇ, ਚੋਰ ਨੂੰ ਦੁਰਕਾਰਦੇ ਨੇ। ਬਸ ਇਤਨਾ ਫਰਕ ਹੈ। ਉਦਮ ਉਸਨੇ ਵੀ ਕੀਤਾ, ਉਹ ਵੀ ਰਾਤ ਜਾਗ ਰਿਹਾ, ਉਹ ਸੰਨ ਨਾਲ ਲਾਉਣ ਦੇ ਪਲਾਨਿੰਗ ਕਰ ਰਿਹਾ, ਉਹ ਵੀ ਯਤਨ ਕਰ ਰਿਹਾ, ਸੁਚੇਤ ਹੈ ਬੜਾ। ਭਗਤ ਵੀ ਸੁਚੇਤ ਹੁੰਦਾ ਹੈ। ਇਸ ਕਰਕੇ ਜਦੋਂ ਵੀ ਭਗਤੀ ਕਰੋ, ਗੁਰਦੁਆਰੇ ਬੈਠੋ, ਸੁਚੇਤ ਹੋ ਕੇ ਬੈਠੋ, ਐਵੇਂ ਨਹੀਂ, ਬਿਲਕੁਲ ਸੁਚੇਤ ਹੋ ਕੇ।
क्यों? क्योंकि ये जिहड़ा मार्ग है ना, सुचेत तो बिना, सावधानी तो बिना साडी सुरत अगे तो नहीं सकती, बेध्यानी सुरत होएगी। कई बार दास बेनती करता, कई आउंदे ने वो आके गुरुद्वारे विच मोबाइल खो के बह जाते। तुसीं इत्थे समा दिता, अपने घर तो चल के आए, गुरु साहब के दर ते आके बैठे, जे इत्थे भी 5 7 10 मिनट तुसीं उस चीज़ नूं पासे करके गुरु के सबक नूं नहीं सुनिया, नहीं समझिया, तो इत्थे बैठण का भी कोई बहुता लाभ नहीं है। इस दे नालों तुसीं घर चंगे सी, क्योंकि घर भी वही करना सी, इत्थे भी आके वही करना। जितना समा भी बैठो एकाग्रचित होके, सावधान होके, समझण वास्ते बैठो भी असी अपनी जिंदगी नूं समझना है, असी संसार च क्यों आए हैं, असी परिवार च किवें रहना है, असी समाज च किवें विचरना है, साडे की फर्ज ने। असी अपने फर्जां तो बागी नहीं होना। साडे जिहड़े फर्ज ने समा समा सिर साडे फर्ज बदलते रहंदे आ। ਇੱਥੇ ਆ ਕੇ ਉਹ ਫਰਜ਼ ਆਪਾਂ ਸਾਰਿਆਂ ਨੇ ਸਿੱਖਣੇ ਹਨ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਜਦੋਂ ਮੈਂ ਸਤਸੰਗੀਆਂ ਦੀ ਸੰਗਤ ਵਿੱਚ ਗਿਆ, ਉਹਨਾਂ ਨੇ ਮੇਰਾ ਪਹਿਲਾ ਵਾਲਾ ਜਿਹੜਾ ਘਰ ਸੀ ਉਹ ਉਜਾੜ ਦਿੱਤਾ। ਧੁੰਦਰਾਵਾ ਦਾ ਅਰਥ ਹੈ ਵੀ ਉਹ ਦਿਖਾਈ ਨਹੀਂ ਦਿੰਦਾ ਹੁਣ। ਆਓ ਕਿ ਜਿਸ ਮਾਇਆ ਦੇ ਮੋਹ ਰੂਪੀ ਘਰ ਵਿੱਚ ਪਹਿਲਾਂ ਮੇਰੀ ਜਿੰਦ ਰਹਿੰਦੀ ਸੀ, ਉਹ ਹੁਣ ਘਰ ਹੀ ਨਹੀਂ ਰਿਹਾ। ਉੱਥੇ ਆਓ, ਉੱਥੋਂ ਜਿੰਦ ਮੇਰੀ ਹਟਾ ਦਿੱਤੀ। ਹੁਣ ਮੇਰੀ ਜਿੰਦ ਜਿਹੜੀ ਹੈ, ਮੇਰੀ ਆਤਮਾ ਜਿਹੜੀ ਹੈ, ਮੇਰਾ ਦਿਲ ਜਿਹੜਾ, ਮੇਰਾ ਮਨ ਜਿਹੜਾ, ਹੁਣ ਮਾਇਆ ਦੇ ਮੋਹ ਵਿੱਚ ਗਲਤਾਨ ਨਹੀਂ ਰਹਿੰਦਾ। ਉੱਥੋਂ ਮੇਰਾ ਮਨ ਨੂੰ ਕੱਢ ਲਿਆ। ਔਰ ਮੈਂ ਇਹ ਵੀ ਬੇਨਤੀ ਕਰਦਾ, ਇਸ ਮਨ ਨੂੰ ਕੱਢਣ ਦਾ ਤਰੀਕਾ ਵੀ ਇਹੀ ਹੈ, ਮਨ ਨੂੰ ਮਾੜੇ ਪਾਸੋਂ ਬਚਾਉਣ ਦਾ ਤਰੀਕਾ ਵੀ ਇਹੀ ਹੈ ਕਿ ਚੰਗੇ ਪਾਸੇ ਲੱਗ ਜਾਓ। ਕਈ ਲੋਕ ਆਉਂਦੇ ਨੇ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਨੇ। ਕਈ ਵਾਰੀ ਬੱਚੀਆਂ ਆਉਂਦੀਆਂ, ਨੌਜਵਾਨ ਆਉਂਦੇ, ਗੱਲਾਂ ਕਰਦੇ ਨੇ ਕਿ ਡਿਪਰੈਸ਼ਨ ਤੰਗ ਕਰ ਰਿਹਾ। ਪਤਾ ਕਿਉਂ ਕਰ ਰਿਹਾ? ਕਦੀ ਵਿਚਾਰਿਆ? ਇੱਕ ਗੱਲ ਨੂੰ ਲੈ ਕੇ ਸਾਡੇ ਨਾਲ ਕੋਈ ਗੱਲ, ਕੋਈ ਘਟਨਾ ਵਾਪਰੀ, ਉਸ ਘਟਨਾ ਨੂੰ ਬਾਰ-ਬਾਰ ਆਪਣੀ ਮਤ ਵਿੱਚ ਲੈ ਜਾਣਾ, ਆਪਣੇ ਦਿਮਾਗ ਦੇ ਲਾ ਕੇ ਉਹਨੂੰ ਸੋਚੀ ਜਾਣਾ, ਸੋਚੀ ਜਾਣਾ, ਸੋਚੀ ਜਾਣਾ, ਇਹੀ ਡਿਪਰੈਸ਼ਨ ਹੈ। किसी गल नूं, जो साडे नाल कोई भी घटना वापरी है, किसी भी किस्म की घटना है, परिवारक है, समाजिक है, साडे शरीर नाल जुड़ी हुई है, उस गल नूं दिमागी पद्धर ते सोची जाना, यही साडे अज डिप्रैशन का कारण है। उसकी थां ते वो पुछदे फिर असी डिप्रैशन नूं किवें दूर कर सकते हैं। मैं बेनती करदा कि कुछ समा बाणी पढ़ो, बाणी नूं विचारो। ਜਦੋਂ ਬਾਣੀ ਨੂੰ ਪੜ੍ਹੋਗੇ, ਬਾਣੀ ਦੀ ਵਿਚਾਰ ਤੁਹਾਡੇ ਅੰਦਰ ਚੱਲਣੀ ਸ਼ੁਰੂ ਹੋਵੇਗੀ, ਉਹ ਵਿਚਾਰ ਆਪਣੇ ਆਪ ਮੱਧਮ ਪੈ ਜਾਵੇਗੀ। ਇੱਕੋ ਹੀ ਤਰੀਕਾ ਹੈ। ਜਿਹੜੇ ਵੀ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ, ਬਹੁਤ ਸਾਰੇ ਡਾਕਟਰ ਨੇ, ਬਹੁਤ ਸਾਰੇ ਲੋਕ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੀ ਵਿਚਾਰ ਵਖਦੇ ਨੇ, ਉਹਨਾਂ ਦੇ ਨਾਲ ਵੀ ਕਈ ਵਾਰੀ ਦਾਸ ਦੀ ਗੱਲ ਹੁੰਦੀ ਹੈ। ਉਹ ਕਹਿੰਦੇ ਲੋਕਾਂ ਦਾ ਮਾਈਂਡ ਜਿਹੜਾ ਹੈ ਉਸ ਨੂੰ ਹਟਾਉਣਾ ਹੁੰਦਾ ਜਿੱਥੇ ਕਿ ਲੱਗਿਆ ਹੋਇਆ, ਔਰ ਉਨਾ ਚਿਰ ਹਟ ਨਹੀਂ ਸਕਦਾ ਜਿੰਨਾ ਚਿਰ ਉਹਨਾਂ ਨਾਲ ਖੁੱਲ੍ਹ ਕੇ ਗੱਲ ਨਾ ਕੀਤੀ ਜਾਏ। ਇੱਕ ਮੇਰੇ ਬੜੇ ਚੰਗੇ ਮਿੱਤਰ ਸਨ, ਕਲਕੱਤੇ ਤੋਂ ਸਨ, ਅਤੇ ਫਰੀਦਾਬਾਦ ਦੇ ਵਿੱਚ ਹੋਮੋਪੈਥਿਕ ਦੇ ਬਹੁਤ ਵਧੀਆ ਡਾਕਟਰ ਨੇ। ਉਹ ਬੜੇ ਸਿਰੇ ਦੇ ਡਾਕਟਰ ਨੇ। ਉਹਨਾਂ ਦੀ ਦਵਾਈ ਸਾਰੀ ਜਿਹੜੀ ਹੈ ਉਹ ਜਰਮਨੀ, ਫਰਾਂਸ, ਉੱਧਰੋਂ ਦਵਾਈ ਆਉਂਦੀ ਹੋਮੋਪੈਥਿਕ। ਉਹਦੀ ਕਿ ਗੋਲੀ 3-3 ਹਜ਼ਾਰ 5-5 ਹਜ਼ਾਰ ਦੀ, ਔਰ ਬੜੀ ਬਰੀਕ ਗੋਲੀ ਹੁੰਦੀ ਹੈ। ਬੜੇ ਉੱਚ ਪੱਧਰ ਦਾ ਇਲਾਜ ਕਰਦੇ ਨੇ। ਪਾਓ ਕਿ ਉਹ ਤਕਰੀਬਨ ਜਿਹੜੇ ਵੱਡੇ ਲੋਕ ਨੇ ਉਹਨਾਂ ਦਾ ਇਲਾਜ ਕਰਦੇ ਨੇ। ਉਹਨਾਂ ਦੇ ਸਾਰੇ ਜਿੰਨੇ ਵੀ ਕਲਾਇੰਟਸ ਨੇ ਉਹ ਸਾਰੇ ਬਹੁਤ ਅਮੀਰ ਲੋਕ ਨੇ। ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਅਤੇ ਜਦੋਂ ਮੇਰਾ ਉਹਨਾਂ ਦਿਨਾਂ 'ਚ ਗਲਾ ਖਰਾਬ ਚੱਲ ਰਿਹਾ ਸੀ, ਖੰਘ ਨਹੀਂ ਸੀ ਹਟ ਰਹੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਅਤੇ ਕਹਿਣ ਲੱਗੇ ਮੇਰੇ ਕੋਲ ਆਇਓ, ਦੁਪਹਿਰ ਨੂੰ ਮੈਂ ਵਿਹਲਾ ਹੁੰਦਾ, ਆਪਾਂ ਖੁੱਲ੍ਹ ਕੇ 2 ਘੰਟੇ ਗੱਲਾਂ ਕਰਾਂਗੇ। ਇੱਕ ਬੰਦੇ ਨੇ ਇਲਾਜ ਕਰਨਾ ਹੈ, ਉਹ ਮੇਰੇ ਨਾਲ ਗੱਲ ਕਰਦਾ, ਮੇਰੀ ਜ਼ਿੰਦਗੀ ਨਾਲ ਜੁੜੀ ਹੋਈ ਹਰ ਇੱਕ ਗੱਲ ਸਾਂਝੀ ਕਰਦਾ ਵੀ ਤੁਹਾਡੇ ਨਾਲ ਅੱਜ ਤੱਕ ਕੀ ਕੁਛ ਵਰਤਿਆ। ਮੈਂ ਕਹਿੰਦਾ ਡਾਕਟਰ ਸਾਹਿਬ ਇਸ ਦੇ ਨਾਲ ਕੀ ਸੰਬੰਧ ਹੈ ਇਲਾਜ ਦਾ? ਮੇਰੀ ਨਾਲ ਵਰਤੀਆਂ ਹੋਈਆਂ ਗੱਲਾਂ, ਕਿਹੜੀ ਚੀਜ਼ਾਂ ਤੋਂ ਡਰ ਲੱਗਦਾ, ਕਿਹੜੀ ਚੀਜ਼ਾਂ ਚੰਗੀਆਂ ਲੱਗਦੀਆਂ, ਇਲਾਜ ਦੇ ਨਾਲ ਕੀ ਸੰਬੰਧ ਹੈ ਇਸ ਦਾ? ਕਹਿੰਦੇ ਸਾਰਾ ਸੰਬੰਧ ਇਸ ਦੇ ਨਾਲ ਹੈ। ਜਿਹੜੇ ਡਾਕਟਰ ਕਹਿੰਦੇ ਕੀ ਪਰੇਸ਼ਾਨੀ ਹੈ, ਫੀਵਰ ਹੈ,
ਉਹਨਾਂ ਨੇ ਕਰੋਸੀਨ ਲਿਖ ਦੇਣੀ। ਕਹਿੰਦੇ ਉਹ ਇਲਾਜ ਨਹੀਂ ਹੈ, ਉਹ ਤਾਂ ਰੋਗ ਨੂੰ ਦਬਾਇਆ ਜਾ ਰਿਹਾ। ਜਿਵੇਂ ਕਿਤੇ ਕਹਿੰਦੇ ਗੰਦ ਪਿਆ ਹੋਇਆ ਨਾ, ਉੱਪਰੋਂ ਮਿੱਟੀ ਪਾ ਦਿਓ, ਮਿੱਟੀ ਪਾਣਾ ਇਲਾਜ ਨਹੀਂ ਹੈ, ਉਹਨੂੰ ਚੱਕ ਦੇਣਾ ਇਲਾਜ ਹੈ। ਇਹੀ ਹੈ ਨਾ ਜੀ। ਕਿਤੇ ਮੰਨ ਲਓ ਕਿ ਕਿਤੇ ਗੰਦ ਪਿਆ ਹੋਇਆ, ਬਦਬੂ ਆ ਰਹੀ ਹੈ, ਲੋਕ ਉੱਪਰੋਂ ਮਿੱਟੀ ਪਾ ਦੇਣ, ਕਿ ਉਹ ਸਹੀ ਤਰੀਕਾ ਨਹੀਂ। ਉਸ ਬਦਬੂ ਦੇ ਢੇਰ ਨੂੰ ਉੱਥੋਂ ਚੱਕ ਕੇ ਦੂਜੀ ਥਾਂ ਪਹੁੰਚਾ ਦੇਣਾ, ਉਹ ਇਲਾਜ ਹੈ। ਕਹਿੰਦੇ ਇਹ ਜਿਤਨੇ ਵੀ ਪੱਤੀਆਂ ਅੱਜ ਅਸੀਂ ਦੇਖ ਰਹੇ, ਕਹਿਣ ਲੱਗੇ ਇਹ ਸਭ ਇਲਾਜ ਨਹੀਂ ਹਨ, ਇਹ ਤਾਂ ਇੱਕ ਵਪਾਰ ਦਾ ਬਹੁਤ ਵੱਡਾ ਸਾਧਨ ਹੈ। ਕਹਿੰਦੇ ਇਲਾਜ ਹੁੰਦਾ ਮਨੁੱਖ ਦੀ ਮਨੋਬਿਰਤੀ ਦੇ ਨਾਲ ਕਿ ਉਸ ਦਾ ਜੀਵਨ ਕਿਰਦਾਰ ਕਿਸ ਪਾਸੇ ਜਾ ਰਿਹਾ। ਮੈਂ ਇਹ ਗੱਲਾਂ ਤਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਉਂਕਿ ਅੱਜ ਸਾਡੇ ਸਮਾਜ ਦੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਹੈ, ਖਾਸ ਕਰਕੇ ਡਿਪਰੈਸ਼ਨ ਦੀ। ਸਾਨੂੰ ਆਪਣਾ ਘਰ ਚੇਂਜ ਕਰਨਾ ਪੈਣਾ। ਜਿਹੜੀ ਗੱਲ ਭਗਤ ਕਬੀਰ ਸਾਹਿਬ ਕਹਿੰਦੇ ਨੇ, ਸਤਸੰਗੀਆਂ ਨੇ ਮੇਰਾ ਪਹਿਲਾਂ ਵਾਲਾ ਘਰ ਜਿਹੜਾ ਸੀ ਉਹ ਉਜਾੜ ਦਿੱਤਾ, ਪਾਓ ਕਿ ਜਿਹੜਾ ਮਾਇਆ ਦੇ ਮੋਹ ਵਿੱਚ ਮੇਰੀ ਜਿੰਦ ਫਸੀ ਹੋਈ ਸੀ, ਉਸ ਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਕੱਢ ਦਿੱਤਾ। ਜਿੰਦ ਕੱਢ ਦਿੱਤੀ ਅੰਦਰੋਂ। ਹੁਣ ਕੀ ਹੋਇਆ? ਜਦੋਂ ਸਾਡੀ ਜਿੰਦ, ਸਾਡਾ ਮਨ, ਸਾਡੇ ਫੁਰਨੇ ਮਾੜੇ ਚੱਲ ਰਹੇ ਸਨ, ਉਹ ਫੁਰਨੇ ਜਦੋਂ ਹਟ ਜਾਣਗੇ ਨਾ, ਤੇ ਉਹ ਹਟਣਗੇ ਉਦੋਂ ਜਦੋਂ ਚੰਗੇ ਫੁਰਨੇ ਪੈਦਾ ਹੋਣਗੇ, ਨਹੀਂ ਉਸ ਤੋਂ ਬਿਨਾਂ ਨਹੀਂ ਹਟ ਸਕਦੇ। ਇਹ ਗੱਲ ਯਾਦ ਰੱਖਣਾ ਜੀਵਨ 'ਚ। ਚੰਗਾ ਫੁਰਨਾ ਹੀ ਮਾੜੇ ਫੁਰਨੇ ਨੂੰ ਦੂਰ ਕਰ ਸਕਦਾ ਹੈ, ਮਾੜਾ ਫੁਰਨਾ ਮਾੜੇ ਫੁਰਨੇ ਨੂੰ ਕਦੇ ਦੂਰ ਨਹੀਂ ਕਰ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਉਹਨਾਂ ਸਤਸੰਗੀਆਂ ਨੇ, ਸਾਧੂਆਂ ਨੇ, ਉਹਨਾਂ ਗੁਰਮੁਖਾਂ ਨੇ ਮੇਰਾ ਉਹ ਜਿਹੜਾ ਮਾਇਆ ਦੇ ਮੋਹ ਵਾਲਾ ਘਰ ਸੀ, ਜਿਹਦੇ ਵਿੱਚ ਜਿੰਦ ਟਿਕੀ ਹੋਈ ਸੀ, ਉਸ ਘਰ ਨੂੰ ਉਜਾੜ ਦਿੱਤਾ, ਖਤਮ ਹੀ ਕਰ ਦਿੱਤਾ। ਕਹਿੰਦੇ ਵਿਟਵੈ ਰਾਮ ਰਮਊਆ ਲਾਵਾ। ਵਿਟਵੈ ਕਿਉਂਕਿ ਇਹ ਭਾਸ਼ਾ ਜਿਹੜੀ ਹੈ ਬਨਾਰਸ ਦੀ ਹੈ। ਤੁਸੀਂ ਜਾਓ ਕਿ ਤਕਰੀਬਨ ਬਨਾਰਸ ਤੋਂ ਅਗਲਾ ਜਿਤਨਾ ਵੀ ਇਲਾਕਾ ਹੈ, ਬਿਹਾਰ ਦਾ ਜਿਤਨਾ ਇਲਾਕਾ ਹੈ, ਇੱਥੇ ਜੋ ਲੜਕੇ ਨੂੰ ਬਿਟਵਾ ਕਹਿੰਦੇ, ਬਿਟਵੀ ਕਹਿੰਦੇ ਬੇਟੀ ਨੂੰ, ਬਿਟਵਾ ਕਹਿੰਦੇ ਨੇ ਬੇਟੇ ਨੂੰ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਬਿਟਵੈ ਰਾਮ ਰਮੂਆ ਲਾਵਾ। ਮੇਰਾ ਜਿਹੜਾ ਮਨ ਰੂਪੀ ਅਗਿਆਨ ਬੇਟਾ ਸੀ ਨਾ, ਹੁਣ ਕਹਿੰਦੇ ਇਹ ਕੀ ਹੋਇਆ? ਰਾਮ ਰਮਊਆ ਲਾਵਾ, ਉਸ ਪਿਆਰੇ ਰਾਮ ਦੇ ਨਾਮ ਨਾਲ ਜੋੜ ਦਿੱਤਾ। ਜਿਹੜਾ ਮੇਰਾ ਮਨ ਸੀ ਨਾ, ਇਹ ਅਣਜਾਣ ਬੇਟਾ ਸੀ ਮੇਰਾ ਮਨ ਰੂਪੀ ਨਾ, ਇਸ ਬਿਟਵੇ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜ ਦਿੱਤਾ। ਕਿਹਨਾਂ ਨੇ ਜੋੜਿਆ? ਸਤਸੰਗੀ ਜਨਾਂ ਨੇ, ਰੱਬ ਦੇ ਪਿਆਰਿਆਂ ਨੇ। ਅਣਜਾਣ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਜਦੋਂ ਚੇਟਕ ਲੱਗ ਜਾਂਦੀ ਹੈ ਨਾ, ਪਰਮਾਤਮਾ ਦੇ ਸਿਮਰਨ ਦੀ ਜਾਗ ਲੱਗ ਜਾਂਦੀ ਹੈ, ਫਿਰ ਸੱਚ ਜਾਣਨਾ, ਫਿਰ ਇਹ ਜੀਵਨ ਆਪਣੇ ਆਪ ਦਾ ਬਦਲ ਲੈਂਦਾ ਹੈ। ਕਿਉਂਕਿ ਮਨ ਨੂੰ ਜਦੋਂ ਜਾਗ ਲੱਗ ਗਈ, ਮਨ ਜਦੋਂ ਜਾਗ ਗਿਆ, ਪਰਮਾਤਮਾ ਦੇ ਸਿਮਰਨ ਦੀ ਜਦੋਂ ਇਸ ਨੂੰ ਚੇਟਕ ਲੱਗ ਗਈ, ਸਿਮਰਨ ਦੀ ਇਸ ਨੂੰ ਲਗਨ ਲੱਗ ਗਈ, ਜੀਵਨ ਵਿੱਚ ਲਗਨ ਹੀ ਹੈ ਤੁਹਾਨੂੰ ਕਿਤੇ ਵੀ ਪਹੁੰਚਾ ਸਕਦੀ ਹੈ। ਕੋਈ ਬੰਦਾ ਜਿੰਨਾ ਕਾਮਯਾਬ ਹੈ, ਉਸਨੀ ਉਸਦੀ ਲਗਨ ਉਸਦੇ ਪਿੱਛੇ ਕੰਮ ਕਰ ਰਹੀ ਹੈ। ਜਿਤਨਾ ਸੰਸਾਰ ਵਿੱਚ ਅਸੀਂ ਦੇਖਦੇ ਨਾ, ਜਿਹੜਾ ਜਿਤਨਾ ਕਾਮਯਾਬ ਬੰਦਾ ਹੈ ਕਿਸੇ ਵੀ ਫੀਲਡ ਦੇ ਵਿੱਚ, ਕੋਈ ਕਾਮਯਾਬ ਹੈ, ਉਸਨੇ ਉਸ ਕੰਮ ਨੂੰ ਲਗਨ ਨਾਲ ਕੀਤਾ ਹੋਏਗਾ। ਅੱਜ ਅਸੀਂ ਜਦੋਂ ਬੱਚਿਆਂ ਨੂੰ ਕਹਿੰਦੇ ਨਾ ਵੀ ਲਗਨ ਨਾਲ ਪੜ੍ਹਾਈ ਕਰੋ, ਸਿੱਖੀ ਨੂੰ ਜਿਤਨਾ ਚਿਰ ਵੀ ਕਮਾਓ, ਸੇਵਾ ਕਰੋ ਲਗਨ ਨਾਲ ਕਰੋ, ਪਾਠ ਕਰੋ ਲਗਨ ਨਾਲ ਕਰੋ, ਚਾਅ ਨਾਲ ਕਰੋ। ਪਰ ਅਸੀਂ ਲੋਕ ਸੋਚਦੇ ਪਤਾ ਨਹੀਂ ਕਿਉਂ ਕਹਿ ਰਹੇ ਨੇ ਵੀ ਲਗਨ ਨਾਲ ਕਰੋ। ਦੇਖੋ, ਜਿੰਨਾ ਚਿਰ ਅਸੀਂ ਚਾਅ ਨਾਲ ਕੋਈ ਕੰਮ ਨਹੀਂ ਕਰਦੇ, ਉੱਥੇ ਰਾਹ ਨਹੀਂ ਮਿਲਦੇ। ਪੰਜਾਬੀ ਦਾ ਅਖਿਆਨ ਹੈ, ਜਿੱਥੇ ਚਾਅ ਉੱਥੇ ਰਾਹ। ਜਿੱਥੇ ਚਾਅ ਨਹੀਂ ਉੱਥੇ ਰਸਤੇ ਨਹੀਂ ਬਣਿਆ ਕਰਦੇ ਕਦੀ ਵੀ ਜੀਵਨ 'ਚ। ਜਿੱਥੇ ਕੋਈ ਚਾਹਤ ਨਹੀਂ, ਮੈਂ ਬੱਚਿਆਂ ਨੂੰ ਕਹਿੰਦਾ ਵੀ ਕੁਛ ਬਣਨ ਦੀ ਉਮੰਗ ਪੈਦਾ ਕਰੋ। ਮੈਂ ਇੰਜੀਨੀਅਰ ਬਣਨਾ, ਮੈਂ ਸਾਇੰਟਿਸਟ ਬਣਨਾ, ਮੈਂ IPS ਬਣਨਾ, ਮੈਂ ਵੱਡਾ ਅਫਸਰ ਬਣਨਾ। ਅੰਦਰ ਇੱਕ ਉਮੰਗਤਾ ਪੈਦਾ ਕਰੋ। ਤੁਹਾਡਾ ਤਾਂ ਕੋਈ ਵਿਜ਼ਨ ਹੀ ਕਲੀਅਰ ਨਹੀਂ ਹੈ ਕਿ ਅਸੀਂ ਬਣਨਾ ਕੀ ਹੈ। ਪੁੱਛੋ ਕੀ ਬਣਨਾ, ਪਤਾ ਨਹੀਂ ਕੀ ਬਣਨਾ। ਜਿਤਨਾ ਵਿਜ਼ਨ ਸਾਡਾ ਲੇਟ ਹੁੰਦਾ ਚਲਾ ਜਾਏਗਾ, ਉਤਨੇ ਉਸੀ ਜੀਵਨ ਕਿਰਦਾਰ ਵਿੱਚ ਅਸੀਂ ਪਿੱਛੇ ਚਲੇ ਜਾਵਾਂਗੇ। ਮੰਨ ਲਓ ਕਿ ਇੱਕ ਬੱਚਾ ਜਿਹੜਾ 20 ਸਾਲ ਤੱਕ ਆਪਣਾ ਇਹ ਹੀ ਕਲੀਅਰ ਨਹੀਂ ਕਰ ਸਕਿਆ, ਵਿਜ਼ਨ ਹੀ ਕਲੀਅਰ ਨਹੀਂ ਕਰ ਸਕਿਆ ਵੀ ਮੈਂ ਕੁਛ ਕੀ ਬਣਨਾ, ਅਤੇ ਉਹ ਕੀ ਕਾਮਯਾਬ ਹੋਏਗਾ? ਜੋ ਪੜ੍ਹਾਈ ਦੀ ਉਮਰ ਉਹ ਤਾਂ ਲੰਘ ਚੁੱਕੀ ਹੈ। ਸਹੀ ਉਮਰ ਜਿਹੜੀ ਸੀ
किसी फील्ड ਨੂੰ ਚੁਣਨ ਦੀ, ਉਹ ਤਾਂ ਲੰਘ ਗਈ। ਸਾਡਾ ਆਪਣਾ ਆਪ ਦਾ ਵਿਜ਼ਨ ਕਲੀਅਰ ਹੋਣਾ ਚਾਹੀਦਾ ਜੀਵਨ ਦੇ ਅੰਦਰ। ਸਾਡੇ ਅੰਦਰ ਜਿੱਥੇ ਕਿ ਦੁਨਿਆਵੀ ਪੜ੍ਹਾਈ ਦੀ ਚਟਕ, ਸਮਾਜਿਕ ਸੇਵਾ ਦੀ ਗੱਲ, ਉੱਥੇ ਗੁਰਬਾਣੀ ਦੇ ਅਭਿਆਸ ਦੀ, ਗੁਰਬਾਣੀ ਦੀ ਵਿਚਾਰ ਦੀ ਸਾਡੇ ਅੰਦਰ ਲਗਨ ਲੱਗਣੀ ਚਾਹੀਦੀ ਵੀ ਮੈਂ ਅਭਿਆਸ ਕਰਕੇ ਆਪਣੇ ਆਪ ਨੂੰ ਚੇਂਜ ਕਰਾਂਗਾ ਜਾਂ ਚੇਂਜ ਕਰਾਂਗੀ। ਚੇਂਜ ਕੀ ਕਰਨਾ? ਚੇਂਜ ਸਰੀਰ ਨੂੰ ਨਹੀਂ ਕਰਨਾ। ਅਸੀਂ ਸਮਾਜ ਨੂੰ ਵੇਖਦੇ ਵੀ ਅਸੀਂ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਦੇ ਸਾਰੇ ਪ੍ਰੋਡਕਟ ਯੂਜ ਕਰ ਰਹੇ ਹਾਂ, ਪਰ ਮਨ ਨੂੰ ਸੁੰਦਰ ਬਣਾਉਣ ਵਾਸਤੇ ਅਸੀਂ ਨਹੀਂ ਯਤਨ ਕਰ ਰਹੇ। ਜੋ ਕਿ ਮਨ ਸੁੰਦਰ ਹੋ ਗਿਆ, ਇਹ ਤਨ ਆਪਣੇ ਆਪ ਖੂਬਸੂਰਤ ਹੋ ਜਾਏਗਾ। ਮਨ ਦੀ ਸੁੰਦਰਤਾ ਤਨ ਦੀ ਸੁੰਦਰਤਾ ਹੈ, ਤਨ ਦੀ ਸੁੰਦਰਤਾ ਮਨ ਦੀ ਸੁੰਦਰਤਾ ਨਹੀਂ ਹੈ। ਪਰ ਸਮਾਜ ਨੂੰ ਅਸੀਂ ਦੇਖਦੇ ਹਾਂ ਕਿ ਤਕਰੀਬਨ ਉਹ ਤਨ ਨੂੰ ਸੁੰਦਰ ਬਣਾਉਣ ਦੇ ਯਤਨ ਕਰ ਰਿਹਾ। ਗੁਰਬਾਣੀ ਨੂੰ ਪੁੱਛੋ ਵੀ ਸਾਡਾ ਤਨ ਕਿਵੇਂ ਸੁੰਦਰ ਹੋਵੇ, ਸਾਡੇ ਅੰਦਰ ਸਿਮਰਨ ਦੀ ਚਟਕ ਲੱਗ ਜਾਏ ਤਾਂ ਸਾਨੂੰ ਪ੍ਰਾਪਤੀ ਕੀ ਹੋਵੇਗੀ, ਸੁੰਦਰਤਾ ਕਿਵੇਂ ਹਾਸਲ ਹੋਵੇਗੀ। ਗੁਰਬਾਣੀ ਕਹਿੰਦੀ ਹੈ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੁੰਦਰ ਕੌਣ ਹੈ? ਜਿਹੜਾ ਸਤ ਸੰਗਤ 'ਚ ਬਹਿੰਦਾ, ਸੱਚ ਦਾ ਸੰਗੀ ਹੈ। ਸਭ ਤੋਂ ਸੋਹਣਾ ਉਹ ਹੈ ਜਿਸ ਦੇ ਅੰਦਰ ਕਿਸੇ ਦਾ ਬੁਰਾ ਕਰਨ ਦੀ ਮਤ ਨਹੀਂ ਹੈ, ਕਿਸੇ ਦਾ ਮਾੜਾ ਸੋਚਣ ਦੀ ਗੱਲ ਨਹੀਂ ਹੈ, ਕਿਸੇ ਦੀ ਨਿੰਦਾ ਦੀ ਗੱਲ ਨਹੀਂ ਹੈ। ਉਸ ਤੋਂ ਸੋਹਣਾ ਇਨਸਾਨ ਕਿਹੜਾ ਜੀ? ਜਿਹਨੇ ਦੂਜੇ ਦਾ ਮਾੜਾ ਕਰਨ ਦਾ ਵਿਚਾਰ ਹੀ ਮਨੋਂ ਕੱਢ ਦਿੱਤਾ। ਅਸੀਂ ਤਾਂ ਈਰਖਾ ਵਿੱਚ, ਅਸੀਂ ਤਾਂ ਸਾੜੇ ਵਿੱਚ, ਨਿੰਦਾ ਚੁਗਲੀ ਵਿੱਚ, ਮੇਰ ਤੇਰ ਵਿੱਚ, ਉਹ ਫਲਾਣਾ ਅੱਗੇ ਲੰਘ ਗਿਆ ਮੈਂ ਪਿੱਛੇ ਰਹਿ ਗਿਆ। ਅਸੀਂ ਤਾਂ ਇਸ ਸਾੜੇ ਵਿੱਚ ਹੀ ਜੀਵਨ ਜੀ ਰਹੇ ਹਾਂ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਉਹਨਾਂ ਸਾਧੂਆਂ ਦੀ ਸੰਗਤ ਕੀਤੀ। ਉਹਨਾਂ ਨੇ ਕੀ ਕੀਤਾ ਕਿ ਮੇਰੇ ਜੀਵਨ ਦੇ ਵਿੱਚ ਇਹ ਪਰਿਵਰਤਨ ਕਰ ਦਿੱਤਾ ਕਿ ਮੈਨੂੰ ਪਰਮਾਤਮਾ ਦੇ ਸਿਮਰਨ ਦੀ, ਮੇਰੇ ਇਸ ਮਨ ਨੂੰ, ਮੇਰੇ ਅਣਜਾਣ ਵਿਟਵੇ ਨੂੰ, ਪਾਓ ਕਿ ਮਨ ਰੂਪੀ ਬੇਟੇ ਨੂੰ ਕਹਿੰਦੇ ਪਰਮਾਤਮਾ ਦੇ ਸਿਮਰਨ ਦੀ ਤਾਂਗ ਲਾ ਦਿੱਤੀ, ਚੇਟਕ ਲਾ ਦਿੱਤੀ। ਹੁਣ ਇਹ ਰੱਬ ਨੂੰ ਸਿਮਰਦਾ ਹੈ। ਇਹ ਮਨ ਹੁਣ ਸੰਸਾਰ ਨੂੰ ਨਹੀਂ ਚਿਤਵਦਾ, ਇਹ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ। ਫਿਰ ਹੁਣ ਕਹਿਣ ਲੱਗੇ ਅਗਲੇ ਬਚਨਾਂ ਵਿੱਚ, ਕਹਿੰਦੇ ਮੇਰੀ ਬਹੁਰੀਆ ਕੋ ਧਨੀਆ ਨਾਉ। ਬਹੁਰੀਆ ਦਾ ਅਰਥ ਹੈ ਅਣਜਾਣ ਵਹੁਟੀ। ਪਾਓ ਕਿ ਮੇਰੀ ਅਣਜਾਣ ਜਿੰਦ ਰੂਪੀ ਵਹੁਟੀ। ਸਾਡੀ ਵਹੁਟੀ ਕੌਣ ਹੈ? ਸਾਡੀ ਜਿੰਦ ਹੈ। ਸਾਡਾ ਸੰਬੰਧ ਜਿੰਦ ਦੇ ਨਾਲ ਹੈ। ਸਾਡਾ ਸਾਥ ਜਿੰਦ ਦਾ ਅਤੇ ਸਰੀਰ ਦਾ ਸਾਥ ਹੈ। ਅਸੀਂ ਇੱਥੇ ਬੈਠੇ ਹਾਂ ਅਤੇ ਜਿੰਦ ਕਰਕੇ ਅਤੇ ਸਰੀਰ ਕਰਕੇ ਬੈਠੇ ਹਾਂ। ਔਰ ਇਹ ਜੀਵਨ 'ਚ ਦੋਨੋਂ ਜੀਵਨ ਸਾਥੀ ਚਾਹੀਦੇ ਨੇ। ਦੁਨੀਆਵੀ ਤੌਰ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਇੱਕ ਐਸਾ ਰਿਸ਼ਤਾ ਹੁੰਦਾ ਹੈ ਪਤੀ ਪਤਨੀ ਦਾ ਜਿਹਨੂੰ ਜੀਵਨ ਸਾਥਣ ਜਾਂ ਜੀਵਨ ਸਾਥੀ ਕਿਹਾ ਜਾਂਦਾ ਹੈ। ਪਤੀ ਨੂੰ ਜੀਵਨ ਸਾਥੀ ਕਿਹਾ ਜਾਂਦਾ ਹੈ, ਪਤਨੀ ਨੂੰ ਜੀਵਨ ਸਾਥਣ ਕਿਹਾ ਜਾਂਦਾ ਹੈ। ਕਿਸੇ ਮਾਂ ਨੂੰ, ਭਰਾ ਨੂੰ, ਪੁੱਤਰ ਨੂੰ, ਕਿਸੇ ਹੋਰ ਰਿਸ਼ਤੇ ਨੂੰ ਇਹ ਪਦ ਪਦਵੀ ਪ੍ਰਾਪਤ ਨਹੀਂ ਹੈ। ਜਿਹੜਾ ਜੀਵਨ ਦੇ ਵਿੱਚ ਸਾਥ ਦੇਵੇ, ਜੀਵਨ ਦਾ ਸਾਥੀ ਹੋਵੇ, ਜੀਵਨ ਦੀ ਸਾਥਣ ਹੋਵੇ। ਅਤੇ ਉਹ ਕੌਣ ਹੈ? ਸਾਡੇ ਜੀਵਨ ਦੀ ਸਾਥਣ ਕੌਣ ਹੈ? ਸਾਡੇ ਸਰੀਰ ਦੀ ਸਾਥਣ ਕੌਣ ਹੈ? ਇਹ ਸਾਡੀ ਜਿੰਦ ਹੈ। ਜਿੰਦ ਅਜੇ ਹੀ ਸਾਥ ਛੱਡ ਜਾਏ, ਸਰੀਰ ਦੀ ਕੋਈ ਵੈਲਿਊ ਹੈ? ਫਿਰ ਤਾਂ ਇੱਕੋ ਹੀ ਕੰਮ ਬਚਦਾ ਹੈ। ਸਿਆਣੇ ਕਹਿੰਦੇ 4 ਬੰਦੇ ਮੋਢੇ 'ਤੇ ਰੱਖਣ ਅਤੇ ਸ਼ਮਸ਼ਾਨ ਘਾਟ ਲੈ ਜਾਣ, ਬਸ ਉਸ ਤੋਂ ਅੱਗੇ ਕੋਈ ਕੰਮ ਨਹੀਂ ਬਚਦਾ। ਜਦੋਂ ਇਹ ਵਹੁਟੀ ਸਾਥ ਛੱਡ ਜਾਏ ਫਿਰ ਇੱਕੋ ਹੀ ਕੰਮ ਬਚ ਜਾਂਦਾ ਹੈ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਰੇ ਬੋਰੇ ਤੋਈ ਘਰ ਹੀ न राखै कोई, तू राम नाम जब सोई। काकी मात पिता कहो काको, कवन पुरख की जोई। कट फुटै कोई बात न पूछै, काढो काढो होई। बस इस तो अगे कुछ नहीं है। भगत कबीर साहब कहते ने, कहते ये जिहड़ी मेरी जिंद है ना, मेरी बहुरिया को धनिया नाओ। आखन लगे मेरी जिंद रूपी बोहटी पहला धन की प्यारी अखवाउंदी सी। लोग कहते तू तो धन नूं बड़ा प्यार करदा है। लोग कहते तू तो इन्हां जंजालां 'च ही फसिया रहना है। कहते पहला मेरी इस आत्मा नूं जां मेरे जीवन नूं लोग कहते सन तू धन नूं बड़ा प्यार करदा है, तेरी जिंद तां धन विच ही अटकी रहिंदी है। कह दिता सी ना भगत नामदेव जी नूं, भगत त्रिलोचन जी ने नामा कह त्रिलोचना, पहला बचन है नामा माया मोहया कह त्रिलोचन मीत।
ਨਾਮਦੇਵ ਜੀ ਮੈਂ ਸੁਣਿਆ ਤੁਸੀਂ ਭਗਤ ਤੋਂ ਭਗਤ ਤ੍ਰਿਲੋਚਨ ਜੀ ਜਦੋਂ ਮਿਲਣ ਵਾਸਤੇ ਜਾਂਦੇ ਨੇ, ਕਿਉਂਕਿ ਉਹ ਆਪਣੀ ਕਿਰਤ ਕਰ ਰਹੇ ਹਨ। ਨਵੀਂ ਨਵੀਂ ਤ੍ਰਿਲੋਚਨ ਜੀ ਨੂੰ ਜਾਗ ਲੱਗੀ ਹੈ, ਭਗਤੀ ਦੇ ਮਾਰਗ 'ਤੇ ਤੁਰਨਾ ਚਾਹੁੰਦੇ ਨੇ, ਪਰ ਕੋਈ ਐਸਾ ਬੰਦਾ ਚਾਹੁੰਦੇ ਨੇ ਜਿਹਨੂੰ ਭਗਤੀ ਦੀ ਜਾਚ ਆ ਗਈ ਹੈ, ਜਿਹੜਾ ਭਗਤੀ ਕਰਦਾ ਹੈ। ਅਤੇ ਉਹ ਭਗਤ ਨਾਮਦੇਵ ਜੀ ਨੂੰ ਮਿਲਣ ਜਾਂਦੇ ਨੇ। ਉਹਨਾਂ ਦਾ ਇੱਕ ਭਰੋਸਾ, ਵਿਸ਼ਵਾਸ ਜਾਂ ਇਸ ਤਰ੍ਹਾਂ ਦਾ ਖਿਆਲ ਥੋੜ੍ਹ ਸੀ ਅੰਦਰ ਕਿ ਉਹਨਾਂ ਦੇ ਹੱਥ ਵਿੱਚ ਮਾਲਾ ਹੋਏਗੀ, 4 ਮਾਲਾ ਗਲੇ ਵਿੱਚ ਪਾਈਆਂ ਹੋਣਗੀਆਂ, ਮਾਲਾ ਫੇਰਦੇ ਹੋਣਗੇ। ਇਸ ਤਰ੍ਹਾਂ ਦਾ ਇੱਕ ਦ੍ਰਿਸ਼ ਬਣਿਆ ਹੋਇਆ ਸੀ। ਅਸੀਂ ਕਈ ਵਾਰੀ ਜਦੋਂ ਗੁਰਮੁਖਾਂ ਦੀ ਗੱਲ ਕਰਦੇ ਹਾਂ, ਭਗਤਾਂ ਦੀ ਗੱਲ ਕਰਦੇ ਹਾਂ, ਮਨੋ ਮਨ ਇੱਕ ਦ੍ਰਿਸ਼ ਬਣਾ ਲੈਂਦੇ ਵੀ ਜਿਹੜਾ ਗੁਰਮੁਖ ਜਿਹਨੂੰ ਮਿਲਣ ਜਾ ਰਿਹਾ, ਜਿਹਨੂੰ ਕਦੇ ਦੇਖਿਆ ਨਹੀਂ ਅਸੀਂ, ਕਿਸੇ ਨੇ ਦੱਸ ਦਿੱਤਾ ਸਾਨੂੰ, ਤਾਂ ਅਸੀਂ ਸੋਚਦੇ ਹਾਂ ਉਹਦੇ ਗਲੇ 'ਚ 4-5 ਮਾਲਾਵਾਂ ਹੋਣਗੀਆਂ, ਹੱਥ ਵਿੱਚ ਮਾਲਾ ਫੜੀ ਹੋਏਗੀ, ਇਸ ਤਰ੍ਹਾਂ ਦਾ ਸਰੂਪ ਹੋਏਗਾ। ਇੱਕ ਬੜਾ ਵੱਡਾ ਭੁਲੇਖਾ ਖਾਧਾ ਸੀ 11 ਭੱਟ ਸਾਹਿਬਾਨਾਂ ਨੇ। ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਗੋਬਿੰਦਵਾਲ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਗੱਦੀ ਦੇਣੀ ਹੈ, ਤਾਂ ਉਹ ਇੱਕ ਵਿਚਾਰ ਕਰਕੇ ਗੋਬਿੰਦਵਾਲ ਸਾਹਿਬ ਆਏ ਵੀ ਜਿਹੜਾ ਗੁਰੂ ਬਣੇਗਾ ਲੰਬਾ ਦਾੜਾ ਹੋਏਗਾ, ਚਿੱਟਾ ਦਾੜਾ ਹੋਏਗਾ, ਇਸ ਤਰ੍ਹਾਂ ਦਾ ਸਰੀਰ ਹੋਏਗਾ। ਹੁਣ ਬੜੀ ਹੈਰਾਨੀ ਹੋਈ ਭੱਟਾਂ ਨੂੰ ਜਦੋਂ ਕਿ ਗੋਬਿੰਦਵਾਲ ਸਾਹਿਬ ਪਹੁੰਚੇ। ਜਿਹਨੂੰ ਗੱਦੀ ਮਿਲੀ ਉਹ 18 ਸਾਲ ਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ। ਦਾੜਾ ਕੋਈ ਨਹੀਂ। ਉਹਨਾਂ ਨੇ ਸੋਚਿਆ ਚਿੱਟਾ ਦਾੜਾ ਹੋਏਗਾ, ਉਹਨਾਂ ਸੋਚਿਆ ਇਸ ਤਰ੍ਹਾਂ ਦਾ ਰੂਪ ਹੋਏਗਾ। ਹੁਣ ਨਾ ਅਜੇ ਤਾਂ ਕੋਈ ਬਾਲ ਵੀ ਨਹੀਂ ਹੈ, ਕੋਈ ਵੀ ਚਿੱਟਾ ਦਾੜਾ ਕਿੱਥੋਂ ਹੋਣਾ ਸੀ? ਅਜੇ ਤਾਂ ਕੇਸ ਵੀ ਨਹੀਂ ਆਏ, ਅਜੇ ਮੁੱਛਾਂ ਵੀ ਨਹੀਂ ਫੁੱਟੀਆਂ, ਅਜੇ ਜਵਾਨ ਨੇ। ਪਰ ਉਹਨਾਂ ਨੇ ਇੱਕ ਦ੍ਰਿਸ਼ ਸੋਚਿਆ ਸੀ। ਫਿਰ ਆਏ, ਆ ਕੇ ਪੁੱਛਿਆ ਕਿਹੜਾ ਗੁਰੂ ਬਣਿਆ? ਕਹਿੰਦੇ ਇਹ ਨੇ। ਉਹਨਾਂ ਦੀ ਉਮਰ ਵਧੇਰੇ ਸੀ, ਵੱਡੀ ਉਮਰ ਦੇ ਸਨ। ਕਹਿਣ ਲੱਗੇ ਇਤਨੀ ਛੋਟੀ ਉਮਰ ਦਾ ਗੁਰੂ ਕਿਵੇਂ ਹੋ ਸਕਦਾ? ਗੁਰਬਾਣੀ ਵਿੱਚ ਉਹਨਾਂ ਨੇ ਲਿਖਿਆ ਇਸ ਗੱਲ ਨੂੰ। ਉਹ ਕਹਿੰਦੇ ਰਹਿਓ ਸੰਤ ਹੁਣ ਢੋਲ, ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪਸਵੀ ਮੁਖੋ ਇਹ ਪੰਡਤ ਮਿੱਠੇ। ਕਹਿੰਦੇ ਬੜਿਆਂ ਕੋਲ ਗਏ ਅਸੀਂ, ਪਰ ਕਹਤੇ ਹੋ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਲੋਕ ਕਹਿਣ ਵਾਲੇ ਸੀ, ਪਰ ਰਹਿਤ ਉਹਨਾਂ ਦੀ ਦੇਖੀ ਤਾਂ ਰਹਿਤ ਨਹੀਂ ਸੀ ਮੈਚ ਕਰਦੀ ਉਹਨਾਂ ਦੇ ਬੋਲਣ ਨਾਲ, ਪਰ ਇਹਨਾਂ ਦੀ ਰਹਿਤ ਕਮਾਲ ਦੀ। ਜਦੋਂ 2-4 ਦਿਨ ਰਹੇ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੇਵਾ ਦਿੱਤੀ, ਮਿੱਠ ਬੋਲ ਦਾ ਸੁਭਾਅ ਵੇਖਿਆ, ਉਹਨਾਂ ਦੇ ਕਰਮ ਵੇਖੇ, ਮੱਥਾ ਟੇਕ ਦਿੱਤਾ। ਤੇਰੇ ਵਰਗੀ ਕਰਨੀ ਕਿਸੇ ਦੇ ਨਹੀਂ ਹੋ ਸਕਦੀ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਉਹਨਾਂ ਨੇ ਕਰਮ ਕੀਤੇ। ਇਸ ਤਰ੍ਹਾਂ ਹੀ ਇੱਕ ਵਿਚਾਰਧਾਰਾ ਭਗਤ ਤ੍ਰਿਲੋਚਨ ਜੀ ਦੇ ਮਨ 'ਚ ਬਣੀ ਵੀ ਨਾਮਦੇਵ ਜਿਹੜੇ ਹੋਣਗੇ ਉਹਨਾਂ ਦੇ ਹੱਥ ਵਿੱਚ ਮਾਲਾ ਫੜੀ ਹੋਵੇਗੀ। ਜਦ ਗਏ, ਮਾਲਾ ਨਹੀਂ ਹੈ, ਉਹ ਕੱਪੜੇ ਤਿਆਰ ਕਰ ਰਹੇ ਹਨ, ਕਿਉਂਕਿ 6ਵੇਂ ਸਨ ਜਾਤ ਦੇ, ਛਪਾਈ ਦਾ ਕੰਮ ਕਰਦੇ ਸਨ, ਛਪਾਈ ਕਰਦੇ ਪਏ ਸਨ ਕੱਪੜਿਆਂ ਨੂੰ। ਅਤੇ ਜਦੋਂ ਜਾ ਕੇ ਵੇਖਿਆ, ਕਿਸੇ ਨੇ ਦੱਸਿਆ ਵੀ ਨਾਮਦੇਵ ਜੀ ਕਿੱਥੇ ਨੇ? ਵੀ ਸਾਹਮਣੇ ਨੇ, ਕੋਲ ਗਏ। ਤੁਸੀਂ ਨਾਮਦੇਵ? ਕਹਿੰਦੇ ਹਾਂ ਜੀ, ਦੱਸੋ। ਕਹਿੰਦੇ ਮੈਂ ਤਾਂ ਸੁਣਿਆ ਸੀ ਵੀ ਤੁਸੀਂ ਭਗਤ ਹੋ, ਪਰ ਮੈਂ ਹੈਰਾਨ ਹਾਂ ਵੀ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛਿਪੋ ਛਾਇਲ ਹੈ ਰਾਮ ਨਾ ਲਾਭੋ ਚੀਤ। ਵੀ ਇਹ ਛਿਪਿਆ ਰਿਹਾ, ਛਿਪੇ ਦਾ ਛਿਪਾ ਹੀ, ਤੂੰ ਇਹੀ ਕੰਮ ਕਰੀ ਜਾਂਦਾ, ਤੂੰ ਪਰਮਾਤਮਾ ਦੇ ਨਾਮ ਵਿੱਚ ਚਿੱਤ ਨਹੀਂ ਜੋੜਦਾ। ਹੁਣ ਉਹਨਾਂ ਨੇ ਅੱਗੋਂ ਬਚਨ ਕੀਤੇ, ਕਹਿਣ ਲੱਗੇ ਤੁਸੀਂ ਜੋ ਸੋਚ ਕੇ ਆਏ ਹੋ ਇਹ ਵੀ ਗੱਲ ਠੀਕ ਹੈ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ। ਨਾਮਾ ਕਹਿ ਤ੍ਰਿਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੈਂ ਹੱਥਾਂ ਪੈਰਾਂ ਨਾਲ ਕੰਮ ਕਰਦਾ ਹਾਂ, ਹਾਰਡ ਵਰਕਰ ਹਾਂ, ਅਤੇ ਮੇਰਾ ਚਿੱਤ ਜਿਹੜਾ ਉਹ ਸਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਹੈ। ਮੈਂ ਮਾਲਾ ਫੜ ਕੇ ਬੈਠਣ ਵਾਲਾ ਨਹੀਂ। ਮੇਰੀ ਮਾਲਾ ਤਾਂ ਇਹ ਕੰਮਕਾਰ ਨੇ, ਇਹ ਛਪਾਈ ਮੇਰੀ ਮਾਲਾ ਹੈ। ਮੈਂ ਆਪਣੀ ਕਿਰਤ ਕਰਕੇ ਖਾਉਂਦਾ। ਉੱਥੋਂ ਜਾ ਕੇ ਫਿਰ ਭਗਤ ਤ੍ਰਿਲੋਚਨ ਜੀ ਨੂੰ ਜਾਗ ਲੱਗਦੀ ਹੈ, ਜੀਵਨ ਚੇਂਜ ਹੁੰਦਾ ਉਹਨਾਂ ਦਾ। ਫਿਰ ਆਪ ਉਹ ਭਗਤੀ ਕਰਕੇ ਭਗਤ ਬਣਦੇ ਨੇ, ਔਰ ਕਿਤਨੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਖੈਰ, ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਮੇਰੀ ਬਹੁਰੀਆ ਕੋ ਧਨੀਆ ਨਾਓ। ਮੇਰੀ ਜਿਹੜੀ ਜਿੰਦ ਰੂਪੀ ਬਹੁਟੀ ਸੀ, ਉਸ ਨੂੰ ਲੋਕ ਕਹਿੰਦੇ ਸਨ ਪਾਓ ਕਿ ਉਹ ਧਨ ਨੂੰ ਪਿਆਰ ਕਰਦੀ ਸੀ। ਪਰ ਹੁਣ ਕੀ ਹੋਇਆ? ਲੈ ਰਾਖਿਓ ਰਾਮ ਜਨੀਆਂ ਰਾਓ ਨਾਓ। ਕਹਿੰਦੇ ਹੁਣ ਸਤਸੰਗੀਆਂ ਨੇ ਇਸ ਜਿੰਦ ਨੂੰ ਆਪਣੇ ਅਸਰ ਹੇਠ ਲਿਆ ਕੇ, ਸਤਸੰਗੀਆਂ ਦੇ ਜਦੋਂ ਮੈਂ ਅਸਰ ਥੱਲੇ ਆਇਆ, ਉਹਨਾਂ ਦੀ ਸੰਗਤ ਕੀਤੀ, ਤਾਂ ਉਹਨਾਂ ਨੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ, ਰਾਮ ਜਨੀਆਂ ਰੱਖ ਦਿੱਤਾ। ਪਾਓ ਇਹ ਜਿੰਦ ਨੂੰ ਪਰਮਾਤਮਾ ਦੀ ਦਾਸੀ ਅਖਵਾਉਣ ਯੋਗ ਬਣਾ ਦਿੱਤਾ। ਪਹਿਲਾਂ ਇਹ ਜਿੰਦ ਰੱਬ ਦੀ ਦਾਸੀ ਅਖਵਾਉਣ ਜੋਗੀ ਨਹੀਂ ਸੀ, ਪਰ ਹੁਣ ਜਿੰਦ ਰੱਬ ਦੀ ਦਾਸੀ ਅਖਵਾਉਣ ਜੋਗੀ ਹੋ ਗਈ। ਸੱਚ ਜਾਣਨਾ, ਇਹ ਮਿਲੀ ਹੋਈ ਜਿੰਦ
ਜੇ ਰੱਬ ਦੀ ਦਾਸੀ ਬਣਨ ਯੋਗ ਨਾ ਬਣੀ ਤਾਂ ਸਾਡਾ ਇਹ ਸਰੀਰ ਮਿਲਿਆ ਵੀ ਵਿਅਰਥ ਹੈ, ਕਿਸੇ ਕੰਮ ਦਾ ਨਹੀਂ ਹੈ। ਗੁਰਬਾਣੀ ਨੇ ਸਾਰਾ ਜ਼ੋਰ ਇਸ ਦੇ ਉੱਤੇ ਲਾਇਆ ਕਿ ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਅਸੀਂ ਰਾਮ ਦੇ ਦਾਸ ਬਣੀਏ, ਪ੍ਰਭੂ ਦੇ ਸੇਵਕ ਬਣੀਏ। ਜੇ ਨਾ ਬਣੇ ਤਾਂ ਸਾਡਾ ਜੀਵਨ ਵਿਅਰਥ ਹੈ, ਜੇ ਇਹ ਕੰਮ ਨਾ ਕੀਤਾ। ਭਗਤ ਕਬੀਰ ਸਾਹਿਬ ਕਹਿੰਦੇ ਉਹਨਾਂ ਗੁਰਮੁਖਾਂ ਨੇ, ਉਹਨਾਂ ਸਤਸੰਗੀ ਪ੍ਰੇਮੀਆਂ ਨੇ ਕਹਿੰਦੇ ਆਪਣੇ ਅਸਰ ਹੇਠ ਲਿਆ ਕੇ ਇਸ ਜਿੰਦ ਨੂੰ ਰਾਮਦਾਸੀ ਬਣਾ ਦਿੱਤਾ, ਰਾਮ ਦੇ ਦਾਸ ਬਣਾ ਦਿੱਤਾ। ਤੁਸੀਂ ਰੋਜ਼ ਬਾਣੀ 'ਚ ਪੜ੍ਹਦੇ ਹੋ ਨਾ, ਦਰਬਾਰ ਸਾਹਿਬ ਤੋਂ ਵੀ ਸ਼ਬਦ ਸੁਣਦੇ ਹੋ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਕੀ ਅਰਥ ਹੈ ਇਹਦਾ? ਰਾਮਦਾਸ ਦਾ ਅਰਥ ਹੈ ਰਾਮ ਦੇ ਦਾਸਾਂ ਦਾ ਸਰੋਵਰ ਪਾਓ, ਸਤਸੰਗੀ ਜਨ। ਸਤਸੰਗੀਆਂ ਵਿੱਚ ਆ ਕੇ ਬਹਿਣਾ, ਜਿਵੇਂ ਤੁਸੀਂ ਹੁਣ ਬੈਠੇ ਹੋ, ਇਹ ਤੁਸੀਂ ਅਸਲ ਵਿੱਚ ਇਸ਼ਨਾਨ, ਸੱਚਾ ਸੁੱਚਾ ਇਸ਼ਨਾਨ ਕਰਨਾ ਉਸ ਵੇਲੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਜਿਹੜੇ ਪਾਪ ਕੀਤੇ ਨੇ, ਜਦੋਂ ਇੱਥੇ ਆ ਕੇ ਤੁਸੀਂ ਬਿਰਾਜਮਾਨ ਹੋਵੋਗੇ, ਕੀਤੇ ਹੋਏ ਪਾਪ ਇੱਥੇ ਬੈਠ ਕੇ ਲੱਥ ਜਾਣਗੇ। ਜੀਵਨ 'ਚ ਕੋਈ ਪਾਪ ਨਹੀਂ ਰਹੇਗਾ ਜੀਵਨ 'ਚ। ਪਰ ਜੇ ਤੁਸੀਂ ਇਸ਼ਨਾਨ ਕਰੋਗੇ ਸਰੋਵਰ ਦਾ, ਕੀ ਪਾਪ ਲੱਥ ਜਾਣਗੇ? ਜੇ ਜਿਨ੍ਹਾਂ ਨੇ ਇਸ਼ਨਾਨ ਕਰ ਰੱਖੇ ਕਿ ਉਹਨਾਂ ਦੇ ਲੱਥ ਗਏ ਨੇ। ਫਿਰ ਤੇ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾਂ ਵਾਲੀ ਗੱਲ ਹੈ। ਇਸ ਕਰਕੇ ਕਬੀਰ ਸਾਹਿਬ ਜੀ ਇੱਥੇ ਸਮਝਾਉਣਾ ਚਾਹੁੰਦੇ ਨੇ ਕਿ ਹੁਣ ਗੁਰਮੁਖਾਂ ਨੇ ਮੇਰੀ ਜਿੰਦ ਨੂੰ ਕਹਿੰਦੇ ਨੇ ਹੁਣ ਰਾਮ ਦੀ ਦਾਸੀ ਅਖਵਾਉਣ ਦੇ ਯੋਗ ਬਣਾ ਦਿੱਤਾ, ਕਿਉਂਕਿ ਮੇਰੀ ਜਿੰਦ ਰੱਬ ਦੀ ਪਿਆਰੀ ਬਣ ਗਈ। ਹੁਣ ਲਾਸਟ ਪੰਕਤੀਆਂ 'ਚ ਕਹਿ ਰਹੇ ਨੇ, ਕਹਿਤ ਕਬੀਰ ਸੁਨੋ ਮੇਰੀ ਮਾਈ। ਕਬੀਰ ਸਾਹਿਬ ਆਖਦੇ ਨੇ ਕਿ ਹੇ ਮੇਰੀ ਮਾਂ ਸੁਣ। ਔਰ ਮਾਂ, ਮਾਈ ਅੱਖਰ ਇਹ ਕੇਵਲ ਮਾਤਾ ਵਾਸਤੇ ਨਹੀਂ ਆਇਆ, ਇੱਕ ਧਿਆਨ ਰੱਖਣਾ, ਮਾਤਾ ਜਾਂ ਕਬੀਰ ਸਾਹਿਬ ਜੀ ਦੀ ਮਾਤਾ ਵਾਸਤੇ। ਕਬੀਰ ਸਾਹਿਬ ਆਪਣੀ ਮਾਤਾ ਨੂੰ ਸੰਬੋਧਨ ਕਰਕੇ ਨਹੀਂ ਕਹਿ ਰਿਹਾ ਕਿ ਹੇ ਮੇਰੀ ਮਾਂ ਸੁਣ। ਇਹ ਗੱਲਾਂ ਵੀ ਸਮਝਣ ਵਾਲੀਆਂ, ਕਿਉਂਕਿ ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਦੇ ਨਾ ਤਾਂ ਕਈ ਵਾਰੀ ਸਾਡੀ ਜਿਹੜੀ ਸੁਰਤ ਹੈ ਨਾ, ਉਹ ਟੱਬਰ ਵਿੱਚ ਚਲੀ ਜਾਂਦੀ ਹੈ, ਪਰਿਵਾਰ ਵਿੱਚ ਚਲੀ ਜਾਂਦੀ ਹੈ। ਮਾਂ ਬਾਪ ਦਾ ਸਤਿਕਾਰ ਕਰਨਾ ਸਾਡਾ ਮੂਲ ਫਰਜ਼ ਹੈ। ਪਰ ਜਦੋਂ ਬਾਣੀ ਪੜ੍ਹੋ, ਇਹ ਗੱਲ ਵਿਜ਼ਨ ਕਲੀਅਰ ਕਰ ਲਓ ਕਿ ਮਾਂ ਬਾਣੀ ਵਿੱਚ ਕਿਸ ਨੂੰ ਕਿਹਾ ਜਾ ਰਿਹਾ। ਤੁਸੀਂ ਰੋਜ਼ ਪੜ੍ਹਦੇ ਹੋ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੰਨ ਲਓ ਕਿਸੇ ਦੀ ਮਾਂ ਨਹੀਂ ਹੈ, ਕਿਸੇ ਦੀ ਮਾਂ ਨਹੀਂ ਹੈ, ਅਤੇ ਉਹ ਇਹ ਪੰਕਤੀ ਪੜ੍ਹੇ ਅਤੇ ਉਹਨੂੰ ਦੁੱਖ ਹੋਏਗਾ ਮੇਰੀ ਤਾਂ ਮਾਂ ਹੀ ਨਹੀਂ। ਫਿਰ ਇਹ ਮਾਂ ਕਿਹੜੀ ਹੈ ਜਿਹਨੂੰ ਰੋਜ਼ ਕਿਹਾ ਜਾ ਰਿਹਾ? ਇਹ ਸਾਨੂੰ ਪੁੱਛਣਾ ਪਏਗਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਗੋੜੀ ਰਾਗ ਦੇ ਵਿੱਚ ਤੀਜਾ ਸ਼ਬਦ ਉਚਾਰਨ ਕੀਤਾ, ਮਤ ਮਾਤਾ ਸੰਤੋਖ ਪਿਤਾ ਸਤ ਭਾਈ ਕਰ ਇਹ ਵਿਸੇਖ। ਸਿੱਖ ਦੀ ਜਿੱਥੇ ਵੀ ਮਾਈ ਅੱਖਰ ਆਇਆ, ਉੱਥੇ ਸੰਬੋਧਨ ਕਰਨਾ ਆਪਣੀ ਮਤ ਰੂਪੀ ਮਾਂ ਨੂੰ। ਹੇ ਮੇਰੀ ਮਤ, ਹੇ ਮੇਰੀ ਮਾਂ। ਕਿਹਨੂੰ ਕਰਨਾ? ਆਪਣੀ ਮਤ ਨੂੰ। ਆਪਣੀ ਮਤ ਨਾਲ ਗੱਲਾਂ ਕਰਨੀਆਂ, ਆਪਣੀ ਮਤ ਨੂੰ ਆਵਾਜ਼ ਮਾਰਨੀ ਹੈ, ਕਿਉਂਕਿ ਇਹ ਮਾਂ ਤਾਂ ਹਾਜ਼ਰ ਹੀ ਨਹੀਂ ਹੁੰਦੀ। ਮਤ ਤੱਕ ਤੇ ਹੋਰ ਗਈ ਹੁੰਦੀ ਹੈ, ਬਾਣੀ ਪੜ੍ਹ ਰਹੇ ਹੁੰਦੇ ਆ। ਮਾਂ ਨੂੰ ਹਾਜ਼ਰ ਕਰਨਾ, ਉੱਥੇ ਆਪਣੀ ਮਤ ਨੂੰ ਟਿਕਾ ਕੇ ਲਿਆਉਣਾ ਵੀ ਤੂੰ ਕਿੱਥੇ ਭਜਦੀ ਫਿਰਦੀ ਹੈ, ਇੱਥੇ ਆ ਬਾਣੀ ਦੇ ਕੋਲ। ਜਿਤਨਾ ਚਿਰ ਮਤ ਹਾਜ਼ਰ ਨਹੀਂ ਹੋਏਗੀ ਨਾ, ਤੇ ਇਹ ਗੱਲ ਰੋਜ਼ ਕਹਿੰਦੇ ਰਵਾਂਗੇ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਰ ਆਨੰਦ ਦੀ ਪ੍ਰਾਪਤੀ ਨਹੀਂ। ਪਰ ਜਦੋਂ ਅਸੀਂ ਮਤ ਨੂੰ ਕਹਾਂਗੇ ਕਿ ਹੇ ਮੇਰੀ ਮਤ, ਮੈਨੂੰ ਅੱਜ ਆਨੰਦ ਆ ਗਿਆ ਕਿਉਂਕਿ ਮੈਨੂੰ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਗਈ, ਅੰਦਰਲਾ ਖਿੜ ਜਾਏਗਾ, ਰੋਮ ਰੋਮ ਖਿੜ ਜਾਏਗਾ ਸਾਡਾ। ਇਸ ਕਰਕੇ ਮਾਈ ਅੱਖਰ ਕੇਵਲ ਇਹ ਇੱਥੇ ਕਬੀਰ ਸਾਹਿਬ ਆਪਣੀ ਮਾਂ ਨੂੰ ਸੰਬੋਧਨ ਨਹੀਂ ਕਰ ਰਹੇ, ਮਾਤਾ ਜੀ ਨੂੰ ਸੰਬੋਧਨ ਕਰਕੇ ਨਹੀਂ, ਆਪਣੀ ਮਤ ਨੂੰ ਕਹਿ ਰਹੇ ਨੇ। ਕਹਿਤ ਕਬੀਰ ਸੁਨੋ ਮੇਰੀ ਮਾਈ। ਕਬੀਰ ਸਾਹਿਬ ਆਖਦੇ ਨੇ, ਹੇ ਮੇਰੀ ਮਤ ਰੂਪੀ ਮਾਂ ਸੁਣ। ਕਹਿੰਦੇ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ। ਹੇ ਮੇਰੀ ਮਤ, ਇਹਨਾਂ ਸਤਸੰਗੀਆਂ ਨੇ ਮੇਰੀ ਜਿਹੜੀ ਜਾਤ ਹੈ ਨਾ, ਉਹ ਮੁਕਾ ਦਿੱਤੀ ਹੈ। ਪਾਓ ਕਿ ਹੁਣ ਲੋਕ ਮੈਨੂੰ ਸੂਦਰ ਜਾਣ ਕੇ ਸੂਦਰਾਂ ਵਾਲਾ ਸਲੂਕ ਨਹੀਂ ਕਰਦੇ, ਕਿਉਂਕਿ ਉਹ ਜਾਤ ਜਿਹੜੀ ਸੀ ਸੂਦਰਾਂ ਵਾਲਾ, ਉਹ ਸੁਭਾਅ ਖਤਮ ਕਰ ਦਿੱਤਾ। ਔਰ ਇਸ ਦੇ ਵਿੱਚ ਕਿਤੇ ਨਾ ਕਿਤੇ ਇੱਕ ਸੱਚਾਈ ਹੈ ਕਿ ਜਿਹੜੀਆਂ ਜਾਤਾਂ ਪੁਰਾਤਨ ਸਮੇਂ ਵਿੱਚ ਬਣੀਆਂ ਹੋਣਗੀਆਂ, ਉਹਦੇ ਪਿੱਛੇ ਲੋਕਾਂ ਦਾ ਲੋਕ ਵਿਵਹਾਰ ਜੁੜਿਆ ਹੋਵੇਗਾ। ਜੇ ਕੋਈ ਚਮੜੇ ਦਾ ਕੰਮ ਕਰਦਾ ਸੀ, ਉਹਨੂੰ ਚਮਿਆਰ ਕਹਿ ਦੇਣਾ। ਕੋਈ ਸੁਨਿਆਰੇ ਦਾ ਕੰਮ ਕਰਦਾ ਸੀ, ਸੁਨਿਆਰਾ ਕਹਿ ਦੇਣਾ। ਤਾਂ ਉਹਦਾ ਕਿਤੇ ਨਾ ਕਿਤੇ ਰਿਲੇਸ਼ਨ ਜੁੜਿਆ ਹੋਇਆ ਸੀ ਉਹਦੇ ਕਰਮ ਦੇ ਨਾਲ। ਕਈ ਵਾਰੀ ਜਦੋਂ ਆਪਾਂ ਕਹਿੰਦੇ ਨਾ ਇਸ ਦੀ ਨੀਵੀਂ ਜਾਤ ਹੈ, ਗੁਰਮਤਿ ਦੇ ਵਿੱਚ ਜਦੋਂ ਆਪਾਂ ਪੁੱਛਾਂਗੇ ਗੁਰੂ ਸਾਹਿਬ ਨੂੰ, ਮਹਾਰਾਜ ਕਹਿੰਦੇ ਖਸਮ ਵਿਸਾਰੈ ਤੇ ਕਮ ਜਾਤ।
ਇੱਥੇ ਸਰੀਰ ਦੀਆਂ ਜਾਤਾਂ ਦੀ ਕੋਈ ਮਹਾਨਤਾ ਨਹੀਂ ਹੈ। ਇੱਥੇ ਜਿਹਨੇ ਰੱਬ ਜੀ ਨੂੰ ਭੁਲਾ ਦਿੱਤਾ ਉਹ ਨੀਵੀਂ ਜਾਤ ਹੈ। ਇੱਥੇ ਉਸ ਦੀ ਉੱਚੀ ਜਾਤ ਹੈ ਜਿਸਨੇ ਰੱਬ ਨੂੰ ਚੇਤੇ ਕੀਤਾ ਹੈ, ਵਾਹਿਗੁਰੂ ਜੀ ਨੂੰ ਚੇਤੇ ਕੀਤਾ ਹੈ। ਅੱਜ ਹੈਰਾਨੀ ਹੈ ਕਿ ਅਸੀਂ ਜਾਤਾਂ ਦੇ ਨਾਮ 'ਤੇ ਸਮਾਜ ਨੂੰ ਵੰਡ ਕੇ ਵੋਟਾਂ ਲੈਣ ਵਾਸਤੇ ਉਹਨਾਂ ਨੂੰ ਵੰਡਦੇ ਹਾਂ, ਬਾਹਰ ਦੇ ਵਿੱਚ ਦੁਰਕਾਰਦੇ ਹਾਂ। ਅਸਲ ਦੇ ਵਿੱਚ ਜਦੋਂ ਆਪਾਂ ਕਹਿੰਦੇ ਇਸ ਦੀ ਨੀਵੀਂ ਜਾਤ ਹੈ ਅਤੇ ਕਈ ਵਾਰੀ ਉਸ ਦਾ ਜਿਹੜਾ ਮਾਨਸਿਕ ਪੱਧਰ ਹੈ ਵਾਕਈ ਨੀਵਾਂ ਹੁੰਦਾ ਹੈ। ਉਹ ਮਾਨਸਿਕ ਪੱਧਰ ਜਿਹੜਾ ਨੀਵਾਂ ਹੈ ਉਸ ਨੂੰ ਗਵਾਉਣ ਦੀ ਲੋੜ ਹੈ। ਇੱਥੇ ਕਬੀਰ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਕਿ ਸਤਸੰਗੀਆਂ ਨੇ ਮੇਰਾ ਜਿਹੜਾ ਮਾਨਸਿਕ ਪੱਧਰ ਨੀਵਾਂ ਸੀ ਨਾ, ਉਹ ਜਿਹੜੀ ਜਾਤ ਬਣੀ ਹੋਈ ਸੀ ਮੇਰੇ ਮਨ ਦੇ ਅੰਦਰ। ਕਿਉਂਕਿ ਜਦੋਂ ਬੰਦਾ ਕਹਿੰਦਾ ਮੇਰੀ ਨੀਵੀਂ ਜਾਤ ਹੈ ਤਾਂ ਪਹਿਲਾਂ ਹੀ ਉਹ ਬੰਦਾ ਚੰਗਾ ਕਰਨ ਦੇ ਯੋਗ ਨਹੀਂ ਰਹਿ ਜਾਂਦਾ। ਜਿਹਨੇ ਬੰਦੇ ਨੇ ਇਹ ਕਬੂਲ ਕਰ ਲਿਆ ਮੇਰੀ ਜਾਤ ਨੀਵੀਂ ਹੈ, ਮੈਂ ਕੀ ਕਰ ਸਕਦਾ, ਉਹ ਵਾਕਈ ਕੁਛ ਕਰ ਨਹੀਂ ਸਕਦਾ। ਜਿਹੜਾ ਇਹ ਗੱਲ ਆਖੇ ਭਾਵੇਂ ਮੇਰੀ ਜਾਤ ਨੀਵੀਂ ਹੈ ਪਰ ਮੈਂ ਕੁਛ ਕਰਕੇ ਵਿਖਾਉਣਾ। ਭਗਤ ਧੰਨਾ ਜੀ ਨੇ ਕੀ ਕਿਹਾ? ਭਗਤ ਧੰਨਾ ਜੀ ਨੇ ਆਖਿਆ, ਕਹਿੰਦੇ ਨੇ ਇਹ ਵਿਦ ਸੁਣ ਕੇ ਜਾਟੜੋ ਉਠ ਭਗਤੀ ਲਾਗਾ। ਹੁਣ ਉੱਥੇ ਵੀ ਜਾਤ ਦੀ ਗੱਲ ਆ ਰਹੀ ਹੈ ਵੀ ਇਹ ਗੱਲ ਸੁਣ ਕੇ ਵੀ ਭਗਤ ਧੰਨਾ ਜੀ ਨੇ ਇਹ ਗੱਲ ਸੁਣੀ ਕਿ ਨਾਮਦੇਵ ਜੀ ਛੀਮੇ ਨੇ ਭਗਤੀ ਕਰਕੇ ਮਹਾਨ ਹੋ ਗਏ, ਕਬੀਰ ਸਾਹਿਬ ਜੀ ਜੁਲਾਏ ਨੇ ਭਗਤੀ ਕਰਕੇ ਮਹਾਨ ਹੋ ਗਏ, ਸੈਨ ਨਾਈ ਨੇ ਯਾਦ ਕਰਕੇ ਉਹ ਮਹਾਨ ਹੋ ਗਏ ਨੇ, ਰਵਿਦਾਸ ਜੀ ਚਮਿਆਰ ਨੇ ਨਾਮ ਜਪ ਕੇ ਮਹਾਨ ਹੋ ਗਏ ਨੇ। ਜੇ ਇਹ ਨਾਮ ਜਪ ਕੇ ਸੰਸਾਰ ਵਿੱਚ ਪੂਜਨਯੋਗ ਹੋ ਸਕਦੇ ਨੇ ਫਿਰ ਮੈਂ ਕਿਉਂ ਨਹੀਂ ਹੋ ਸਕਦਾ? ਲੱਗੇ ਉਸ ਕੰਮ ਦੇ ਵਿੱਚ ਜਿਸ ਕੰਮ ਨੂੰ ਕਰਕੇ ਬੰਦਾ ਮਹਾਨ ਹੋ ਸਕਦਾ ਹੈ। ਮਹਾਰਾਜ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ। ਦਰਸ਼ਨ ਮੰਗੋ ਦੇਹ ਪਿਆਰੇ, ਤੇਰੀ ਸੇਵਾ ਕੌਣ ਕੌਣ ਨਾ ਤਾਰੇ। ਉਹਦੀ ਸੇਵਾ ਨੇ ਕਿਹਨੂੰ ਨਹੀਂ ਤਾਰਿਆ। ਭਗਤ ਜੀ ਨੇ ਸ਼ਬਦ ਦੇ ਰਾਹੀਂ ਬਿਲਕੁਲ ਕਲੀਅਰ ਕਰ ਦਿੱਤਾ ਕਿ ਜਿਹੜੇ ਸਤਸੰਗੀ ਜਨ ਸਨ ਉਹਨਾਂ ਨੇ ਆਪਣੀ ਸੰਗਤ ਵਿੱਚ ਰੱਖ ਕੇ ਮੈਨੂੰ ਨੀਵੀਂ ਜਾਤ ਮੇਰੀ ਮੁਕਾ ਦਿੱਤੀ, ਨੀਵੀਂ ਵਿਚਾਰਧਾਰਾ ਖਤਮ ਕਰ ਦਿੱਤੀ। ਪਾਓ ਕਿ ਇਹ ਮਾਇਆ ਵਾਲੀ ਵਿਚਾਰਧਾਰਾ ਰੂਪੀ ਇੱਕ ਜਾਤ ਬਣੀ ਹੋਈ ਸੀ, ਇਹ ਜੀਵਨ 'ਚੋਂ ਪਾਸੇ ਕਰ ਦਿੱਤੀ। ਹੁਣ ਚੰਗੀ ਵਿਚਾਰਧਾਰਾ ਪਾਓ ਕਿ ਰੱਬੀ ਗੁਣਾਂ ਵਾਲੀ ਵਿਚਾਰਧਾਰਾ ਮੇਰੇ ਜੀਵਨ 'ਚ ਪ੍ਰਗਟ ਕਰ ਦਿੱਤੀ ਹੈ। ਜਿਸ ਦਿਨ ਅਸੀਂ ਰੱਬੀ ਵਿਚਾਰਧਾਰਾ ਨਾਮ ਨਾਲ ਜੁੜਾਂਗੇ ਉਸ ਦਿਨ ਉੱਚੀ ਜਾਤ ਦੇ ਹੋਵਾਂਗੇ। ਜਿਸ ਦਿਨ ਅਸੀਂ ਰੱਬ ਨੂੰ ਭੁਲਾ ਦੇਵਾਂਗੇ, ਮਾਇਆ 'ਚ ਗਲਤਾਨ ਹੋ ਜਾਵਾਂਗੇ, ਫਿਰ ਅਸੀਂ ਨੀਵੀਂ ਜਾਤ ਦੇ ਧਾਰਨੀ ਹੋਵਾਂਗੇ। ਕਿਉਂਕਿ ਮਾਇਆ ਤਾਂ ਚੰਗੇ ਚੰਗਾ ਦੀ ਮਤ ਮਾਰ ਦਿੰਦੀ ਹੈ। ਗੁਰੂ ਕਿਰਪਾ ਕਰੇ, ਸਮਾਂ ਵਧੇਰੇ ਹੋ ਗਿਆ। ਮੈਂ ਇੱਥੇ ਹੀ ਅੱਜ ਦੇ ਸ਼ਬਦ ਦੀ ਵਿਚਾਰ ਨੂੰ ਸੰਕੋਚਦਾ ਹੋਇਆ ਔਰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਸਤਸੰਗਤ ਦੇ ਵਿੱਚ ਆਈਏ, ਸਤਸੰਗਤ ਦੇ ਰਾਹੀਂ ਆਪਣੇ ਜੀਵਨ ਦੀ ਪੜਚੋਲ ਕਰੀਏ, ਆਪਣੀ ਮਾਨਸਿਕ ਦਸ਼ਾ ਨੂੰ ਵੇਖੀਏ ਕਿ ਅਸੀਂ ਕਿਸ ਪੱਧਰ 'ਤੇ ਜੀ ਰਹੇ ਹਾਂ। ਮੈਂ ਕਸੌਟੀ ਦੱਸ ਦਿੰਦਾ 2 ਅੱਖਰਾਂ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਵਿਚਾਰ ਦੱਸੀ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ। ਇਸ ਵਾਲੀ ਪੌੜੀ ਨੂੰ ਧਿਆਨ ਨਾਲ ਪੜ੍ਹ ਕੇ ਦੇਖਣਾ ਕਿ ਕਿਤਨੇ ਕੁ ਵਿਚਾਰ ਮੇਰੇ ਜੀਵਨ ਨਾਲ ਜੁੜ ਰਹੀ ਹੈ। ਅਤੇ ਦੂਜੀ ਪੌੜੀ ਨਾਲ ਵਾਲੀ ਪੜ੍ਹ ਲੈਣਾ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਇਸ ਨੂੰ ਪੜ੍ਹ ਲੈਣਾ, ਆਪਣੇ ਆਪ ਦਾ ਤਾਲਮੇਲ ਕਰ ਲੈਣਾ ਵੀ ਮੈਂ ਕਿਸ ਵਿਚਾਰਧਾਰਾ ਵਿੱਚ ਜੀ ਰਿਹਾ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਸਿਆਣੇ ਕੋਲ ਜਾਣ ਦੀ ਲੋੜ ਨਹੀਂ। ਦੋਨੋਂ ਪੌੜੀਆਂ ਪੜ੍ਹ ਕੇ ਆਪਣੇ ਆਪ ਦੀ ਵਿਚਾਰ ਪਤਾ ਲੱਗ ਜਾਣੀ। ਕਿਉਂਕਿ ਮੈਂ ਜੋ ਕੁਛ ਹੈ ਮੈਨੂੰ ਪਤਾ ਹੈ, ਅਤੇ ਜਦੋਂ ਇਹ ਦੋਨਾਂ ਨੂੰ ਮੈਂ ਇਸ ਵਿਚਾਰ ਦੇ ਨਾਲ ਪੜ੍ਹਾਂਗਾ ਵੀ ਮੇਰਾ ਕਿਰਦਾਰ ਕਿਸ ਪਾਸੇ ਜਾ ਰਿਹਾ, ਨਿਰਣਾ ਹੋ ਜਾਣਾ ਹੈ ਵੀ ਤੂੰ ਮੂਰਖ ਹੈ, ਤੂੰ ਚੋਰ ਹੈ, ਤੂੰ ਨਿੰਦਕ ਹੈ, ਤੂੰ ਕਿਸ ਪਾਸੇ ਤੁਰਿਆ ਹੋਇਆ, ਜਾਂ ਤੂੰ ਜਪ ਤਪ ਕਰਨ ਵਾਲਾ, ਪਾਠ ਕਰਨ ਵਾਲਾ, ਬੰਦਗੀ ਕਰਨ ਵਾਲਾ, ਪ੍ਰਭੂ ਵਿੱਚ ਲੀਨ ਹੋਣ ਵਾਲਾ, ਤੂੰ ਕਿਸ ਪਾਸੇ ਤੁਰਿਆ। ਅੰਦਰੋਂ ਆਵਾਜ਼ ਆਏਗੀ। ਜੇ ਮੈਂ ਮਾੜਾ ਹਾਂ ਤਾਂ ਚੰਗਾ ਹੋਣ ਵਾਸਤੇ ਯਤਨ ਕਰਾਂ, ਜੇ ਚੰਗਾ ਹਾਂ ਤਾਂ ਹੋਰ ਚੰਗਾ ਹੋਣ ਵਾਸਤੇ ਯਤਨ ਕਰਾਂ। ਬਸ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰਿਆਂ ਦਾ ਧੰਨਵਾਦ। ਬੜੇ ਪ੍ਰੇਮ ਨਾਲ ਗੁਰੂ ਕੇ ਬਚਨ ਸਰਵਣ ਕੀਤੇ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।